ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ। ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ। ਬਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਵਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ। ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਕਰੋ ਤਰਾ ਪਰ ਪੁਨ ਪੁਨ ਸੀਸਾ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਸਾਧ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਇਕ ਸਿੱਖ ਕੈ ਦੀਨ ਸਤਾਹਾ। ਕੈਦ ਕਰਿਓ ਬਦਨਾਲ। ਸੁਨਤ ਕਰ ਸਿਰ ਕੀ ਸ਼ਹਰ ਤਦੀ ਕੀ ਨ ਮਿਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਪਹਾੜੀ ਰਾਜਿਆਂ ਨੇ ਅਤੇ ਤੁਰਕਾਂ ਨੇ ਔਰੰਗਜ਼ੇਬ ਦੀ ਫੌਜ ਨੇ ਰਲ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਔਰ ਇਹ ਸਾਹਮਣੀ ਲੜਾਈ ਤਾਂ ਲੜ ਨਹੀਂ ਸਕਦੇ, ਕਿਉਂਕਿ ਸਿੰਘ ਜਦ ਸ਼ਸਤਰ ਚਲਾਉਂਦੇ ਹੈ ਤੇ ਫਿਰ ਇਹਨਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਢੇ ਜਾਂਦੇ ਆ। ਹੁਣ ਇਹਨਾਂ ਨੇ ਵਿਉਂਤ ਬਣਾਈ ਵੀ ਆਪਾਂ ਘੇਰਾ ਪਾ ਕੇ ਬਹਿ ਜਾਓ। ਜਦੋਂ ਇਹਨਾਂ ਦੇ ਅੰਦਰ ਰਾਸ਼ਨ ਪਾਣੀ ਖਤਮ ਹੋ ਗਿਆ ਤੇ ਫਿਰ ਆਪੇ ਬਾਹਰ ਨਿਕਲਣਗੇ, ਫਿਰ ਲੜਾਈ ਕਰਾਂਗੇ। ਪਰ ਸਿੰਘ ਚੜ੍ਹਦੀ ਕਲਾ 'ਚ ਹੈ। ਚਲੋ ਰਾਸ਼ਨ ਵੀ ਥੋੜ੍ਹਾ ਹੀ ਸੀ, ਛਕਦੇ ਰਹੇ। ਤੇ ਸਿੰਘਾਂ ਨੇ ਇੱਕ ਦਿਨ ਫਿਰ ਦਾ ਬਣਾ ਕੇ ਇਹਨਾਂ ਦੇ ਘੇਰੇ ਨੂੰ ਤੋੜਦਿਆਂ ਹੋਇਆਂ ਲੰਘ ਕੇ ਬਾਜ਼ਾਰ ਦੇ ਵਿੱਚੋਂ ਰਾਸ਼ਨ ਦੀਆਂ ਪੰਡਾਂ ਵੰਡ ਲਿਆਂਦੀਆਂ। ਪਰ ਮੁੜਦਿਆਂ ਹੋਇਆਂ ਕਹਿੰਦੇ ਇੱਕ ਸਿੱਖ ਜੋ ਲੜਾਈ ਕਰ ਰਿਹਾ ਸੀ ਇਹਨਾਂ ਦੇ ਨਾਲ, ਉਹ ਉੱਥੇ ਡਿੱਗ ਪਿਆ, ਬੇਹੋਸ਼ ਹੋ ਗਿਆ। ਅਤੇ ਉਸ ਬੇਹੋਸ਼ ਹੋਏ ਸਿੱਖ ਨੂੰ ਇਹ ਮੁਸਲਮਾਨ ਜਿਹੜੇ ਹਨ, ਤੁਰਕ ਜਿਹੜੇ ਹਨ, ਚੱਕ ਕੇ ਲੈ ਗਏ। ਅਤੇ ਬੇਹੋਸ਼ ਹੋਏ ਸਿੱਖ ਨੂੰ ਉਹਨਾਂ ਨੇ ਕੇਸ ਕਤਲ ਕਰ ਦਿੱਤੇ, ਉਹਦੀ ਸੁੰਨਤ ਕਰ ਦਿੱਤੀ ਜਾਣ ਬੁੱਝ ਕੇ ਧੱਕੇ ਦੇ ਨਾਲ। ਭਾਵ ਉਹਨਾਂ ਨੇ ਆਪਦੇ ਜਾਣੇ ਇੱਕ ਸਾਡੇ ਸਿੱਖ ਨੂੰ ਧਰਮ ਦੇ ਵਿੱਚੋਂ ਪਤਿਤ ਕਰਨਾ ਚਾਹਿਆ। ਸਿੰਘਾਂ ਨੂੰ ਪਤਾ ਲੱਗਿਆ, ਮਗਰੋਂ ਉਹਨਾਂ ਨੇ ਉਹ ਸਿੱਖ ਨੂੰ ਛੱਡ ਵੀ ਦਿੱਤਾ ਵੀ ਜਾ ਵਗ ਜਾ। ਕੇਸ ਕੱਟ ਲਏ ਉਸ ਦੇ ਔਰ ਸੁੰਨਤ ਕਰ ਦਿੱਤੀ। ਹੁਣ ਉਹ ਸਿੱਖ ਜਿਹੜਾ ਹੈ ਦੁਚਿੱਤੀ ਵਿੱਚ ਆ ਗਿਆ ਬਈ ਕੀ ਮੈਂ ਹੁਣ ਸਿੱਖੀ ਧਰਮ ਵਿੱਚੋਂ ਪਤਿਤ ਹੋ ਗਿਆ ਹਾਂ। ਤਾਂ ਉਹ ਪਹੁੰਚਦਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ। ਅਤੇ ਸਿੱਖਾਂ ਨੇ ਪਹਿਲਾਂ ਦੱਸ ਹੀ ਦਿੱਤਾ ਇਹ ਸਾਰੀ ਗੱਲ, ਅਤੇ ਫਿਰ ਉਸ ਨੇ ਵੀ ਆਪਣੀ ਹੱਡ ਬੀਤੀ ਦੱਸੀ। ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਉਹਨਾਂ ਨੇ ਧੱਕੇ ਨਾਲ ਸਾਰਾ ਕੁਝ ਕੀਤਾ, ਮੇਰੀ ਕੋਈ ਇੱਛਾ ਨਹੀਂ ਹੈਗੀ ਇਹ। ਔਰ ਉਹਨਾਂ ਨੇ ਧੱਕੇ ਨਾਲ ਮੈਨੂੰ ਬੇਹੋਸ਼ ਪਏ ਨੂੰ ਚੱਕ ਕੇ ਲੈ ਗਏ ਔਰ ਮੇਰੇ ਕੇਸ ਕੱਟ ਦਿੱਤੇ। ਧੱਕੇ ਨਾਲ ਹੀ ਉਹਨਾਂ ਨੇ ਬੇਹੋਸ਼ੀ ਦੇ ਵਿੱਚ ਹੀ ਉਹਨਾਂ ਨੇ ਮੇਰੀ ਸੁੰਨਤ ਕਰ ਦਿੱਤੀ। ਔਰ ਹੁਣ ਮੈਂ ਕੀ ਕਰਾਂ ਮਹਾਰਾਜ, ਦੱਸੋ ਕਿ ਮੈਂ
ਸਿੱਖੀ ਧਰਮ ਦੇ ਵਿੱਚੋਂ ਖਾਰਜ ਹੋ ਗਿਆ ਹਾਂ ਜਾਂ ਨਹੀਂ ਹੋਇਆ। ਤੇ ਗੁਰੂ ਪਾਤਸ਼ਾਹ ਜੀ ਇਸ ਵਿਸ਼ੇ ਤੇ ਸਾਨੂੰ ਕੀ ਗਿਆਨ ਦਿੰਦੇ ਆ, ਸਾਡੇ ਸਾਰਿਆਂ ਵਾਸਤੇ ਜਿਹੜਾ ਬੜਾ ਜ਼ਰੂਰੀ ਗੱਲ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ। ਕਿਸੇ ਇੱਕ ਦੇ ਪ੍ਰਥਾਏ ਗੱਲ ਕੀਤੀ ਜਾਂਦੀ ਹੈ ਤੇ ਉਹਦਾ ਗਿਆਨ ਆਪਣੇ ਸਾਰਿਆਂ ਵਾਸਤੇ ਹੁੰਦਾ। ਆਓ ਆਪਾਂ ਇੱਕ ਵਿਚਾਰ ਹੈ ਜਿਹੜੀ ਅੱਜ ਦੀ ਇਹ ਸਾਖੀ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇੱਕ ਸਿੱਖ ਗੈਲੀ ਨਸਤਾਹਾ ਕੈਦ ਕਰਿਓ ਬਲ ਨਾਲ। ਇਹ ਉਹਨਾਂ ਸਿੰਘਾਂ ਨੇ ਜਿੱਥੇ ਆ ਕੇ ਇਹ ਦੱਸਿਆ ਕਿ ਮਹਾਰਾਜ ਸਾਡੇ ਕੋਲ ਰਾਸ਼ਨ ਥੁੜਦਾ ਜਾ ਰਿਹਾ ਹੈ ਔਰ ਦੁਸ਼ਟਾਂ ਨੇ ਘੇਰਾ ਪਾ ਕੇ ਬਾਹਰੋਂ ਆਉਣ ਵਾਲੇ ਵਪਾਰੀਆਂ ਨੂੰ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਔਰ ਜੇ ਕੋਈ ਸੰਗਤ ਵੀ ਰਾਸ਼ਨ ਲਿਆਉਣਾ ਚਾਹੁੰਦੀ ਸੀ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੰਦੇ। ਤਾਂ ਤੇ ਅਸੀਂ ਅੱਜ ਰਾਤ ਨੂੰ ਦਾਲ ਆਇਆ ਔਰ ਦਾਲ ਆ ਕੇ ਅਸੀਂ ਬਾਜ਼ਾਰ ਦੇ ਵਿੱਚੋਂ ਖਾਣ ਪੀਣ ਦਾ ਸਮਾਨ ਲੈ ਕੇ ਆਂਦਾ। ਪਰ ਆਉਂਦੇ ਹੋਏ ਐਸੀ ਘਟਨਾ ਹੋਈ ਕਿ ਇੱਕ ਸਿੱਖ ਉੱਥੇ ਬੇਹੋਸ਼ੀ ਦੇ ਵਿੱਚ ਡਿੱਗ ਪਿਆ ਲੜਦਾ ਹੋਇਆ ਤੇ ਉਹ ਸਿੱਖ ਨੂੰ ਉਹਨਾਂ ਨੇ ਕੈਦ ਕਰ ਲਿਆ ਹੈ। ਸੁਨਤ ਕਰ ਸਿਰ ਕੀਸ਼ ਹਰ ਤਦੀ ਕੀਨ ਵਿਸਾਲ। ਤੇ ਬਾਅਦ ਵਿੱਚ ਉਹ ਸਿੱਖ ਆ ਵੀ ਗਿਆ। ਮਹਾਰਾਜ ਪਤਾ ਲੱਗਿਆ ਵੀ ਉਹਨਾਂ ਨੇ ਧੱਕੇ ਦੇ ਨਾਲ ਉਹ ਸਿੱਖ ਦੇ ਕੇਸ ਕੱਟ ਦਿੱਤੇ ਔਰ ਉਹਦੀ ਸੁਨਤ ਕਰ ਦਿੱਤੀ ਹੈ ਧੱਕੇ ਦੇ ਨਾਲ। ਸੋਪਈ ਕਹਿ ਕਰ ਕਲਮਾ ਤਬੇ ਪੜਾਇਓ ਤੋ ਸਿੱਖ ਮਨ ਨਾਹੀ ਹਲਾਇਓ। ਔਰ ਧੱਕੇ ਨਾਲ ਕਹਿੰਦੇ ਆ ਬੋਲ ਸਾਡਾ ਕਲਮਾ। ਜਿਵੇਂ ਅੱਜ ਕੱਲ੍ਹ ਵੀ ਲੋਕ ਆਪਣੇ ਧਰਮ ਨੂੰ ਵੱਡਾ ਸਮਝਣ ਬਣਾਉਣ ਦੇ ਵਾਸਤੇ ਕਿਸੇ ਦੂਸਰੇ ਧਰਮ ਦੇ ਬੰਦੇ ਨੂੰ ਫੜ ਕੇ ਕਹਿੰਦੇ ਆ। ਮੁਸਲਮਾਨ ਫੜ ਲੈਂਦੇ ਉਹ ਕਹਿੰਦੇ ਸਾਡਾ ਕਲਮਾ ਪੜ੍ਹੋ, ਜੇ ਹਿੰਦੂ ਫੜ ਲੈਂਦੇ ਉਹ ਕਹਿੰਦੇ ਬੋਲ ਜੈ ਸ਼ੀਆ ਰਾਮ ਕਿਸੇ ਮੁਸਲਮਾਨ ਬੱਚੇ ਨੂੰ ਫੜ ਕੇ। ਹੁਣ ਉੱਥੇ ਕਿਸੇ ਬੰਦੇ ਨੂੰ ਧੱਕੇ ਨਾਲ ਫੜ ਕੇ ਉਹਦੇ ਕੋਲੋਂ ਇਹ ਕਹਾਉਣਾ ਬਈ ਤੂੰ ਸਾਡੇ ਧਰਮ ਦਾ ਜਿਹੜਾ ਮੰਤਰ ਆ ਉਹ ਪੜ੍ਹ, ਇਹ ਗਲਤ ਹੈ। ਤਾਂ ਇਸੇ ਤਰ੍ਹਾਂ ਹੀ ਕਹਿੰਦੇ ਉਹ ਸਿੱਖ ਨੂੰ ਉਹਨਾਂ ਨੇ ਧੱਕੇ ਦੇ ਨਾਲ ਕਿਹਾ ਸਾਡਾ ਕਲਮਾ ਪੜ੍ਹ। ਹੁਣ ਇਕੱਲੇ ਨੂੰ ਉਹਨਾਂ ਨੇ 20-50 ਨੇ ਕਾਬੂ ਕਰ ਲਿਆ ਹੈ। ਪਰ ਸਿੱਖ ਜਿਹੜਾ ਆਪਣੇ ਇਰਾਦੇ ਤੇ ਡਟਿਆ ਰਿਹਾ ਜੀ। ਬਲਦੀ ਕਰੀ ਸ਼ਰਾਤਬ ਸਾਰੀ ਖਾਨੇ ਕੋ ਖਵਾਏ ਤਿਸ ਵਾਰੀ। ਔਰ ਉਹਨਾਂ ਨੇ ਧੱਕੇ ਦੇ ਨਾਲ ਆਪਣੀ ਸ਼ਰ੍ਹਾ ਸਿੱਖ ਤੇ ਥੋਪਣੀ ਚਾਹੀ। ਧੱਕੇ ਦੇ ਨਾਲ ਹੀ ਉਹਨਾਂ ਨੇ ਕੇਸ ਕੱਢ ਦਿੱਤੇ, ਧੱਕੇ ਨਾਲ ਹੀ ਉਹਦੀ ਸੁਨਤ ਕਰ ਦਿੱਤੀ, ਧੱਕੇ ਨਾਲ ਹੀ ਉਹਨੂੰ ਕਲਮਾ ਪੜ੍ਹਨ ਨੂੰ ਕਿਹਾ ਔਰ ਧੱਕੇ ਨਾਲ ਹੀ ਉਹਨਾਂ ਨੇ ਆਪਦਾ ਬਣਾਇਆ ਉਹ ਜਿਹੜਾ ਮਾਸ ਸੀਗਾ ਜਿਹਨੂੰ ਆਪਾਂ ਨੂੰ ਪੰਜ ਪਿਆਰੇ ਕਹਿੰਦੇ ਆ ਵੀ ਸਿੰਘ ਨੇ ਕੁੱਠਾ ਮਾਸ ਨਹੀਂ ਖਾਣਾ, ਭਾ ਮੁਸਲਮਾਨਾਂ ਦਾ ਬਣਿਆ ਭੋਜਨ ਨਹੀਂ ਖਾਣਾ। ਇਸ ਕਰਕੇ ਧੱਕੇ ਦੇ ਨਾਲ ਹੀ ਉਹਨਾਂ ਨੇ ਉਹ ਸਿੱਖ ਨੂੰ ਕਹਿੰਦੇ ਉਹ ਭੋਜਨ ਆਪਣਾ ਬਣਾਇਆ ਹੋਇਆ ਜਾਂ ਕੁੱਠਾ ਮਾਸ ਜੋ ਉਹਨਾਂ ਨੇ ਬਣਾਇਆ ਸੀ ਉਹ ਸਿੱਖ ਨੂੰ ਕਹਿੰਦੇ ਖਵਾ ਦਿੱਤਾ ਹੈ ਜੀ। ਗੁਸਲ ਕਰਾਏ ਆਪਨ ਬਿਦਤਾ ਹੋ ਗੁਰ ਪੂਰਾ ਜਪੇ ਔਰ ਭਲ ਰਾਲੂ। ਮਤਲਬ ਉਹਨਾਂ ਨੇ ਧੱਕੇ ਦੇ ਨਾਲ ਹੀ ਗੁਸਲ ਕਹਿੰਦੇ ਆ ਇਸ਼ਨਾਨ ਕਰਨਾ। ਤਾਂ ਕਹਿੰਦੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਹੀ ਉਹਨੂੰ ਇਸ਼ਨਾਨ ਕਰਾਇਆ। ਤਾਂ ਮਹਾਰਾਜ ਜੀ ਹੁਣ ਦੱਸੋ ਕੀ ਕੀਤਾ ਜਾਈਏ। ਸਰਬ ਸ਼ਰਾ ਕਰ ਦੀਨੋ ਛੋਰ ਆਏ ਬਸੂਰਤ ਸੋ ਗੁਰ ਔਰ। ਪਰ ਗੁਰਸਿੱਖ ਜਿਹੜਾ ਮਹਾਰਾਜ ਉਹ ਗੁਰੂ ਗੁਰੂ ਜਪਦਾ ਰਿਹਾ, ਗੁਰੂ ਗੁਰੂ ਜਪਦਾ ਰਿਹਾ, ਗੁਸਲ ਕਰਾਏ ਆਪਨ ਬਿਦ ਤਾਹੂ ਆਪਣੇ ਢੰਗ ਦੇ ਨਾਲ ਉਹਨਾਂ ਨੇ ਜਿਹੜਾ ਹੈ ਗੁਸਲ ਕਰਾਉਣਾ ਹੁੰਦਾ। ਜਿਵੇਂ ਇਹਨਾਂ ਦਾ ਇਸ਼ਨਾਨ ਕਰਨ ਦਾ ਹੋਰ ਢੰਗ ਹੈ, ਸਾਡਾ ਹੋਰ ਢੰਗ ਹੈ। ਤਾਂ ਇਹਨਾਂ ਨੇ ਕਹਿੰਦੇ ਆਪਦੀ ਮਰਜ਼ੀ ਦੇ ਨਾਲ ਉਸ ਦੇ ਉੱਤੇ ਆਪਣਾ ਧਰਮ ਥੋਪਣਾ ਚਾਹਿਆ ਹੈ। ਔਰ ਪਰ ਸਿੱਖ ਜਿਹੜਾ ਹੈ ਆਪਣੇ ਪੁਆਇੰਟ 'ਤੇ ਖੜਾ ਰਿਹਾ। ਪਰ 15 20 50 ਦੇ ਵਿੱਚ ਇਕੱਲਾ ਕੀ ਕਰੇ। ਪਰ ਉਹ ਗੁਰੂ ਗੁਰੂ ਕਹਿੰਦੇ ਜਪਦਾ ਰਿਹਾ ਜੀ। ਸਰਬ ਸ਼ਰਾ ਕਰ ਦੀਨੋ ਛੋਰ ਆਏ ਬਸੂਰਤ ਸੋ ਗੁਰ ਔਰ ਸਾਰੀ ਸ਼ਰ੍ਹਾ ਉਹਨਾਂ ਨੇ ਆਪਣੇ ਧਰਮ ਦੀ ਕਰ ਕਰਕੇ ਤੇ ਫਿਰ ਉਸ ਨੂੰ ਛੱਡ ਦਿੱਤਾ ਹੈ। ਉਤੋ ਸਮਾ ਪਠਤੀ ਰਹਿ ਰਾਸ ਗੁਰ ਪਗ ਬੰਦੇ ਹੈ ਕਰ ਪਾਸ। ਔਰ ਇਸ ਤਰ੍ਹਾਂ ਮਹਾਰਾਜ ਜੀ ਉਹ ਸਿੱਖ ਆ ਗਿਆ ਹੁਣ ਤੇ ਉਹ ਸਿੱਖ ਤੁਹਾਡੇ ਚਰਨਾਂ ਵਿੱਚ ਆ ਕੇ ਤੁਹਾਨੂੰ ਮਿਲਣਾ ਚਾਹੁੰਦਾ ਹੈ। ਲਗਿਓ ਦੀਵਾਨ ਮਹਾਨ ਨਿਹਾਰੇ ਹੱਥ ਜੋੜ ਸਿੱਖ
ਕਰੋ ਉਚਾਰੇ। ਕਹਿਣ ਲੱਗੇ ਉਸ ਵੇਲੇ ਫਿਰ ਉਹ ਸਿੱਖ ਨੂੰ ਦੀਵਾਨ ਵਿੱਚ ਲਿਆਂਦਾ ਗਿਆ। ਰਹਿਰਾਸ ਸਾਹਿਬ ਜੀ ਦੀ ਸਮਾਪਤੀ ਹੋ ਗਈ। ਦੀਵਾਨ ਵਿੱਚ ਫਿਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਬੈਠ ਕੇ ਕੀ ਕਹਿੰਦਾ ਹੈ? ਮੈਂ ਸਿੱਖ ਹੋ ਸਾਚੇ ਪਾਤਸ਼ਾਹ, ਰਣ ਮੇ ਲੜਤ ਗਿਰੋ ਚਿਤ ਮਾਹੀ। ਮਹਾਰਾਜ ਜੀ ਮੈਂ ਤੁਹਾਡਾ ਸਿੱਖ ਹਾਂ, ਔਰ ਮੈਂ ਜੰਗ ਦੇ ਵਿੱਚ ਲੜਦਾ ਹੋਇਆ ਜਦੋਂ ਅਸੀਂ ਦੁਸ਼ਮਣਾਂ ਦਾ ਘੇਰਾ ਤੋੜ ਕੇ ਰਾਸ਼ਨ ਲੈਣ ਗਏ ਤੇ ਮੈਂ ਉੱਥੇ ਡਿੱਗ ਪਿਆ, ਬੇਹੋਸ਼ ਹੋ ਗਿਆ। ਭਈ ਮੂਰਛਾ ਹੋਸ਼ ਨਾ ਕੋਏ, ਪਹੁੰਚੇ ਤੁਰਕਾਨ ਸਭ ਕੋਏ। ਔਰ ਮੈਨੂੰ ਬੇਹੋਸ਼ ਹੋਏ ਨੂੰ ਜਿਹੜੇ ਤੁਰਕ ਭਾ ਮੁਸਲਮਾਨ ਸੀਗੇ ਉਹ ਚੱਕ ਕੇ ਲੈ ਗਏ ਜੀ। ਛੋਟੀ ਮੂਰਛਾ ਕਹਿ ਲੈ ਗਏ, ਸ਼ਰਾ ਸਰਬ ਕੋ ਕਰਤੇ ਭਏ। ਔਰ ਉਸ ਬੇਹੋਸ਼ੀ ਦੇ ਵਿੱਚ ਉਹਨਾਂ ਨੇ ਮੇਰੇ ਕੇਸ ਕਤਲ ਕਰ ਦਿੱਤੇ, ਔਰ ਨਾਲ ਹੀ ਮੇਰੀ ਮੁਸਲਮਾਨੀ ਤਰੀਕੇ ਨਾਲ ਸੁਨਤ ਕਰ ਦਿੱਤੀ, ਭਾਵ ਸਰੀਰ ਤੋਂ ਮਾਸ ਕੱਢ ਦਿੱਤਾ ਹੈ। ਕਹਾ ਕਰੋ ਮੈਂ ਅਬੇ ਉਪਾਏ, ਹਿੰਦੂ ਜਨਮ ਸਿੱਖੀ ਧਰਮ ਜਾਏ। ਮੈਂ ਤਾਂ ਮਹਾਰਾਜ ਸਿੱਖ ਹਾਂ, ਔਰ ਹੁਣ ਦੱਸੋ ਮੈਂ ਕੀ ਕਰਾਂ? ਮੇਰਾ ਜਨਮ ਖਰਾਬ ਕਰ ਦਿੱਤਾ ਕਿਆ? ਜਿਸ ਬਿਦ ਰਹੇ ਰਖੋ ਦੁਖ ਪੈ ਹੋ, ਨਤ ਮੇ ਚਿਖਾ ਬਣਾਏ ਜਲੇ ਹੋ। ਕਹਿਣ ਲੱਗਿਆ ਮਹਾਰਾਜ ਮੈਂ ਬੜਾ ਦੁਖੀ ਹੋਇਆ ਹਾਂ, ਹੁਣ ਮੈਂ ਜਿਵੇਂ ਵੀ ਬਚ ਸਕਦਾ ਹਾਂ ਮੈਨੂੰ ਬਚਾਓ, ਦੁਬਾਰਾ ਚਰਨੀ ਲਾਓ, ਨਹੀਂ ਤਾਂ ਮੈਂ ਅੱਗ ਲਾ ਕਰਕੇ ਮਚ ਜਾਵਾਂਗਾ। ਪੂਜਿਆ ਗੁਰੂ ਕਰੀ ਕਿਤ ਚਰਹਾ, ਜਬ ਸ਼ਤਨ ਕੇ ਬਸ ਮੇ ਪਰਾ। ਹੁਣ ਸਿੱਖ ਉਹਨੂੰ ਫਿਰ ਸਾਰੀ ਗੱਲ ਪੁੱਛਦੇ ਆ ਸਿੱਖ ਨੂੰ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਸ ਵੇਲੇ ਉਹਨਾਂ ਨੇ ਤੇਰੇ ਨਾਲ ਧੱਕਾ ਕੀਤਾ, ਤੈਨੂੰ ਆਪਣੀ ਸ਼ਰ੍ਹਾ ਦੇ ਮੁਤਾਬਕ ਕੀਤਾ, ਕੇਸ ਕੱਟੇ, ਸੁਨਤ ਕੀਤੀ, ਤੈਨੂੰ ਧੱਕੇ ਦੇ ਨਾਲ ਆਪਣੇ ਢੰਗ ਦਾ ਭੋਜਨ ਖਵਾਇਆ, ਕੁੱਠਾ ਮਾਸ ਆਦਿ ਬਣਾ ਕਰਕੇ, ਕਿਵੇਂ ਕੀਤਾ ਸਾਨੂੰ ਪੂਰਾ ਖੋਲ ਕੇ ਦੱਸ। ਤਦ ਸਿੱਖ ਸਭ ਕਰ ਜੋਰ ਸੁਨਾਏ, ਪੂਰਬ ਸੁਨਤ ਮੋਰ ਕਰਾਏ। ਕਹਿੰਦੇ ਮਹਾਰਾਜ ਜੀ ਪਹਿਲਾਂ ਤਾਂ ਉਹਨਾਂ ਨੇ ਆਪਣੇ ਮੁਸਲਮਾਨੀ ਤੁਰਕੀ ਧਰਮ ਦੇ ਮੁਤਾਬਕ ਜਿਹੜਾ ਹੈ ਸੁਨਤ ਕਰ ਦਿੱਤੀ ਮੇਰੀ, ਤੇ ਸੁਨਤ ਕਰਨ ਤੋਂ ਬਾਅਦ ਕਲਮਾ ਅਰ ਨਮਾਜ਼ ਕਰਵਾਏ, ਕੇਸ਼ ਬਿਆਦਗੇ ਖਾਨ ਖਵਾਏ। ਮੈਨੂੰ ਕਹਿੰਦੇ ਤੂੰ ਹੁਣ ਨਮਾਜ਼ ਕਰ। ਜਿਵੇਂ ਕਈ ਵਾਰੀ ਆਪਾਂ ਸੋਸ਼ਲ ਮੀਡੀਆ ਤੇ ਵੀ ਇਹੋ ਜਿਹੀਆਂ ਖਬਰਾਂ ਪੜ੍ਹਦੇ ਆ ਕਿ ਇਹਨੂੰ ਧੱਕੇ ਨਾਲ ਕਹਿਣਗੇ ਵੀ ਆਹ ਬੋਲ ਤੂੰ ਸਾਡੇ ਧਰਮ ਦਾ ਮੰਤਰ ਬੋਲ, ਉਹ ਗਲਤ ਹੈ। ਕਹਿੰਦਾ ਜੀ ਮੈਨੂੰ ਧੱਕੇ ਦੇ ਨਾਲ ਉਹ ਕਹਿੰਦੇ ਕਲਮਾ ਪੜ੍ਹ, ਨਮਾਜ਼ ਕਰ। ਸੁਣ ਗੁਰ ਬੂਝੋ ਕਹੂੰ ਤੂੰ ਸਾਚੇ, ਸੰਗ ਤੁਰਕਨੀ ਤੇਰੇ ਬਾਚੇ। ਬਾਬਾ ਜੀ ਕਹਿੰਦੇ ਇਹ ਠੀਕ ਆ, ਇਹ ਸਭ ਧੱਕਾ ਹੋਇਆ, ਇਹ ਤੋਂ ਤੂੰ ਬਖਸ਼ਿਆ ਜਾ ਸਕਦਾ, ਪਰ ਇਹ ਗੱਲ ਤੋਂ ਨਹੀਂ ਬਖਸ਼ਿਆ ਜਾ ਸਕਦਾ ਕਿ ਤੂੰ ਉਹ ਕੀਤੀ। ਮਤਲਬ ਉਹ ਕਿਹੜੀ? ਕਹਿੰਦੇ ਕਿਸੇ ਮੁਸਲਮਾਨੀ ਦਾ ਸੰਗ ਤਾਂ ਨਹੀਂ ਕੀਤਾ, ਭਾਵ ਕਿਸੇ ਮੁਸਲਮਾਨ ਇਸਤਰੀ ਨਾਲ ਤੋਂ ਸੰਪਰਕ ਤਾਂ ਨਹੀਂ ਕੀਤਾ, ਉਹਨਾਂ ਨੇ ਧੱਕੇ ਨਾਲ ਉਹ ਕੰਮ ਤਾਂ ਨਹੀਂ ਕਰਾਇਆ। ਕਹਿੰਦੇ ਜੀ ਉਹ ਤੋਂ ਬਚਾ ਲਿਆ ਤੁਸੀਂ, ਇਸ ਗੱਲ ਤੋਂ ਮੈਂ ਬਚ ਗਿਆ ਹਾਂ, ਐਸਾ ਨਹੀਂ ਹੋਇਆ। ਬਾਕੀ ਆ ਜਿਹੜਾ ਕੁਝ ਕੀਤਾ ਇਹ ਉਹਨਾਂ ਨੇ ਧੱਕਾ ਕੀਤਾ ਜੀ। ਸਿੱਖ ਤਬ ਕਹਿਓ ਬਚਾਵਨ ਕੀਨਾ, ਪ੍ਰਭ ਤੁਮ ਹਾਥ ਦੇ ਰਖ ਲੀਨਾ। ਮਹਾਰਾਜ ਇਹ ਗੱਲ ਨਹੀਂ ਉਹ ਕਰ ਸਕੇ, ਕੁਦਰਤੀ ਉਹਨਾਂ ਨੇ ਯਾਦ ਹੀ ਨਹੀਂ ਆਇਆ, ਨਹੀਂ ਤਾਂ ਧੱਕਾ ਇਸ ਪੱਖ ਤੋਂ ਵੀ ਕਰ ਸਕਦੇ ਸੀਗੇ, ਪਰ ਇਹ ਮਹਾਰਾਜ ਤੁਸੀਂ ਉਹਨਾਂ ਨੂੰ ਭੁਲਾ ਦਿੱਤਾ ਤੇ ਮੈਂ ਇਸ ਤੋਂ ਬਚ ਗਿਆ ਹਾਂ। ਤਬੇ ਕਹਿਓ ਕਰਵਾਈ ਕਰਾਏ, ਦਿਓ ਖਾਲਸਾ ਮੇ ਵਰਤਾਏ। ਕੋਈ ਗੱਲ ਨਹੀਂ, ਤੂੰ ਬਚ ਗਿਆ, ਤੂੰ ਬਚ ਗਿਆ। ਤੂੰ ਆਪਣੀ ਮਰਜ਼ੀ ਦੇ ਨਾਲ ਇਹ ਕੰਮ ਨਹੀਂ ਕੀਤਾਗਾ, ਉਹਨਾਂ ਨੇ ਧੱਕੇ ਨਾਲ ਕੀਤਾ। ਜਦੋਂ ਕੋਈ ਸਾਡਾ ਸਿੱਖ ਜਾਂ ਕੋਈ ਵੀ ਜੋ ਮੁਸਲਮਾਨ ਧਰਮ ਵਿੱਚ ਨਹੀਂ, ਆਪਣੀ ਮਰਜ਼ੀ ਦੇ ਨਾਲ ਮੁਸਲਮਾਨੀ ਧਰਮ ਨੂੰ ਗ੍ਰਹਿਣ ਕਰਦਾ, ਮੁਸਲਮਾਨੀ ਨਾਲ ਵਿਆਹ ਕਰਾਉਂਦਾ, ਸ਼ਾਦੀ ਕਰਾਉਂਦਾ, ਉਦੋਂ ਸਾਡਾ ਸਿੱਖ ਨਹੀਂ ਰਹਿ ਸਕਦਾਗਾ, ਉਦੋਂ ਅਸੀਂ ਪ੍ਰਵਾਨ ਨਹੀਂ ਕਰਦੇਗੇ। ਜਿਵੇਂ 4 ਬਜਰ ਕਰੈਤਾਂ ਪਾਤਸ਼ਾਹ ਨੇ ਦੱਸੀਆਂ ਕਿ ਮੇਰਾ ਸਿੱਖ ਇਹਨਾਂ 4 ਬਜਰ ਕਰੈਤਾਂ ਨੂੰ ਕਦੇ ਵੀ ਨਾ ਕਰੇ। ਉਹ ਸਿੱਖ ਕਹਿਣ ਲੱਗਿਆ ਮਹਾਰਾਜ ਇਸ ਗੱਲ ਤੋਂ ਤਾਂ ਮੈਂ ਬਚ ਗਿਆ ਹਾਂ, ਪਰ ਉਹਨਾਂ ਨੇ ਮੇਰੇ ਬੇਹੋਸ਼ੀ ਵਿੱਚ ਕੇਸ ਕੱਢ ਦਿੱਤੇ, ਮੇਰੀ ਸੁਣਤ ਕਰ ਦਿੱਤੀ। ਕਹਿੰਦੇ ਕੋਈ ਗੱਲ ਨਹੀਂ, ਉਸ ਗੱਲ ਤੋਂ ਤੈਨੂੰ ਮਾਫ ਕੀਤਾ ਜਾ ਸਕਦਾ ਹੈ, ਤੂੰ ਇਉਂ ਕਰ ਕੜਾ ਪ੍ਰਸ਼ਾਦ ਕਰਵਾ। ਕਰਾ ਸਿੱਖ ਤੂੰ ਹੈ ਸਭ ਬੇਰੇ, ਵਾਹਿਗੁਰੂ ਕੇ ਪਕਰੇ ਤੇਰੇ। ਅਸੀਂ ਤੇਰੀ ਬਾਹ ਫੜੀ ਹੋਈ ਹੈ, ਤੂੰ ਸਾਡਾ ਖਰਾ ਸਿੱਖ ਹੈ, ਕੋਈ ਗੱਲ ਨਹੀਂ,
ਜਿਹੜਾ ਧੱਕਾ ਕੀਤਾ ਉਹ ਬਖਸ਼ਿਆ ਜਾ ਸਕਦਾ, ਪਰ ਜਦੋਂ ਕੋਈ ਆਪਣੀ ਮਰਜ਼ੀ ਦੇ ਨਾਲ ਐਸਾ ਕੰਮ ਕਰਦਾ ਹੈ, ਪਰ ਇਸਤਰੀ ਪਰਪੁਰਖ ਦਾ ਸੰਗ ਕੋਈ ਕਰਦਾ, ਫਿਰ ਉਹ ਮੇਰਾ ਸਿੱਖ ਨਹੀਂ ਹੈ। ਇਹ ਬਜਰ ਕਰੇਤਾਂ ਵਿੱਚ ਦੱਸਿਆ ਹੈ। ਉਤੇ ਸਿੰਘ ਜੇ ਤਬੇ ਹਜੁਰਨ ਪੂਜੋ ਤਬੇ ਕਹੋ ਗੁਰਪੂਰਨ। ਤਾਂ ਗੁਰੂ ਪਿਆਰਿਓ ਫਿਰ ਸਿੰਘਾਂ ਨੇ ਪੁੱਛਿਆ ਉੱਥੇ ਬੈਠਿਆਂ ਨੇ ਕਿ ਮਹਾਰਾਜ ਜੀ ਫਿਰ ਇਸ ਵਿਸ਼ੇ ਤੇ ਸਾਨੂੰ ਖੋਲ ਕੇ ਦੱਸਣਾ ਕਰੋ ਜੀ। ਮੁਸਲਮਾਨ ਕਿਸ ਵਿਦ ਕਰ ਹੋਏ ਕਿਦੂ ਨਾ ਬਨੇ ਬਣਾਵੇ ਸੋਏ। ਜੇ ਕੋਈ ਧੱਕੇ ਨਾਲ ਸਾਨੂੰ ਬਣਾਉਣਾ ਚਾਹੁੰਦਾ ਮੁਸਲਮਾਨ, ਪਰ ਅਸੀਂ ਨਹੀਂ ਬਣਦੇ, ਤਾਂ ਕਿਵੇਂ ਬਚ ਸਕਦੇ ਹਾਂ ਤੇ ਕਿਵੇਂ ਅਸੀਂ ਮੁਸਲਮਾਨ ਬਣ ਸਕਦੇ ਹਾਂ, ਇਹਦੇ ਬਾਰੇ ਸਾਨੂੰ ਦੱਸਣਾ ਕਰੋ। ਤਬ ਗੁਰ ਬਚਨ ਕਰਿਓ ਸੁਨ ਪਾਏ ਕਰੇ ਸ਼ਰਾਜੇ ਰਿਪੁਰ ਆਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਜੇ ਦੁਸ਼ਮਣ ਧੱਕੇ ਦੇ ਨਾਲ ਤੁਹਾਨੂੰ ਆਪਣੀ ਸ਼ਰ੍ਹਾ ਵਿੱਚ ਲਿਜਾਣਾ ਚਾਹੁੰਦਾ ਹੈ, ਇਹਦੇ ਭਾਵਨਾ ਜਿਸਨੇ ਹੋਏ ਕਰੇ ਜੋਰ ਤੁਰਕ ਨਹਿ ਰਸੋਏ। ਪਰ ਉਹਦੀ ਅੰਦਰੋਂ ਮੁਸਲਮਾਨ ਬਣਨ ਦੀ ਇੱਛਾ ਨਹੀਂ ਹੈ, ਉਹ ਕਦੇ ਵੀ ਮੁਸਲਮਾਨ ਨਹੀਂ ਬਣ ਸਕਦਾ। ਉਹ ਧੱਕਾ ਹੈ ਉਹਨਾਂ ਦਾ। ਜਬ ਕਾਮੀ ਹੋਏ ਕਰਤਾ ਸੰਗ ਤੋ ਮਨ ਮਿਲਤਾ ਹੋਏ ਇੱਕ ਰੰਗ। ਪਰ ਜਦੋਂ ਕਾਮ ਵਾਸ਼ਨਾ ਕਰਕੇ ਕੋਈ ਸਿੱਖ ਜਾਂ ਕੋਈ ਹਿੰਦੂ ਮੁਸਲਮਾਨੀ ਦੀ ਸੰਗ ਕਰੇਗਾ, ਆ 47 ਦੇ ਵੇਲੇ ਲੋਕਾਂ ਨੇ ਬਹੁਤ ਕੁਝ ਕੀਤਾ। ਜਦੋਂ ਇਧਰੋਂ ਮੁਸਲਮਾਨ ਉਧਰ ਨੂੰ ਗਏ ਤੇ ਉਹਨਾਂ ਦੀਆਂ ਇਸਤਰੀਆਂ ਲੜਕੀਆਂ ਰੱਖ ਲਈਆਂ, ਇਸੇ ਤਰ੍ਹਾਂ ਉਧਰ ਵੀ ਹੋਇਆ। ਗੁਰੂ ਸਾਹਿਬ ਕਹਿਣ ਲੱਗੇ, ਜਦੋਂ ਕੋਈ ਆਪਣੀ ਮਨਮਰਜ਼ੀ ਦੇ ਨਾਲ ਇਹ ਕਾਮ ਵਾਸ਼ਨਾ ਦੇ ਕਰਕੇ ਕਿਸੇ ਮੁਸਲਮਾਨ ਇਸਤਰੀ ਦਾ ਸੰਗ ਕਰਦਾ ਹੈ, ਉਦੋਂ ਸਿੱਖ ਜਾਂ ਹਿੰਦੂ ਨਹੀਂ ਰਹਿ ਸਕਦਾ। ਇਹਦੇ ਭਾਵਨਾ ਜਿਸਨੇ ਹੋਏ ਕਰੇ ਜੋਰ ਤੁਰਕ ਨਹਿ ਰਸੋਏ। ਜਿਹਦੇ ਮਨ ਵਿੱਚ ਐਸੀ ਭਾਵਨਾ ਨਾ ਆਵੇ ਤੇ ਕਹਿਣ ਲੱਗੇ, ਉਹਨੂੰ ਕੋਈ ਵੀ ਆਪਣੇ ਧਰਮ ਤੋਂ ਡਲਾ ਨਹੀਂ ਸਕਦਾ ਜੀ। ਜਬ ਕਾਮੀ ਹੋਏ ਕਰਤਾ ਸੰਗ ਤੋ ਮਨ ਮਿਲਤਾ ਹੋਏ ਇੱਕ ਰੰਗ। ਹਾਂ, ਬਸ ਇਸ ਗੱਲ ਤੋਂ ਬਚ ਕੇ ਰਹਿਣਾ, ਇਹ ਬਜਰ ਕੁਰੈਤ ਹੈ। ਜੇ ਇਹ ਕਰ ਲਈ ਫੇਰ ਨਹੀਂ ਬਖਸ਼ਿਆ ਜਾਏਗਾ। ਮੁਸਲਮਾਨ ਤਬ ਹੋਏ ਜਾਏ ਮਨ ਹੀ ਕਾਰਨ ਲਖੋ ਸਬਾਏ। ਹਾਂ, ਇਹ ਮਨ ਕਰਕੇ ਜੇ ਕੋਈ ਕਰਦਾ ਕਿ ਉਹ ਮੁਸਲਮਾਨੀ ਧਰਮ ਨੂੰ ਗ੍ਰਹਿਣ ਕਰਦਾ, ਜੇ ਮਨ ਕਰਕੇ ਉਹਨਾਂ ਨੂੰ ਗ੍ਰਹਿਣ ਕਰਦਾ ਹੈ ਤੇ ਫਿਰ ਉਹ ਸਮਝੋ ਮੁਸਲਮਾਨ ਹੋ ਗਿਆ। ਬਲ ਤੇ ਨਹੀਂ ਭਾਵਨਾ ਫਿਰੇ ਮਮ ਸਿੱਖ ਤੁਰਕਨ ਸੰਗ ਨਾ ਕਰੈ। ਹਾਂ, ਕਿਸੇ ਦੇ ਧੱਕੇ ਨਾਲ ਕਿਸੇ ਦੀ ਭਾਵਨਾ ਅੰਦਰੋਂ ਬਦਲੀ ਨਹੀਂ ਜਾ ਸਕਦੀ। ਕਿਸੇ ਨੂੰ ਧੱਕੇ ਨਾਲ ਕਿਸੇ ਦਾ ਧਰਮ ਨਹੀਂ ਬਦਲਿਆ ਜਾ ਸਕਦਾ। ਕਈ ਥਾਵਾਂ ਤੇ ਮਜਬੂਰੀ ਕਰਕੇ ਬਦਲਿਆ ਜਾਂਦਾ ਧਰਮ। ਤੁਸੀਂ ਜਿਹੜਾ ਹੈ ਸਾਡੇ ਧਰਮ ਦੇ ਵਿੱਚ ਆ ਜਾਓ, ਅਸੀਂ ਤੁਹਾਡੀ ਗਰੀਬੀ ਦੂਰ ਕਰ ਦਿਆਂਗੇ। ਪਰ ਗੁਰੂ ਸਾਹਿਬਾਂ ਨੇ ਕਿਸੇ ਨੂੰ ਇਦਾਂ ਦਾ ਧੱਕਾ ਨਹੀਂ ਕੀਤਾ, ਨਾ ਕਿਸੇ ਨੂੰ ਇਹ ਲਾਲਚ ਦਿੱਤਾ ਹੈ। ਗੁਰੂ ਸਾਹਿਬ ਦੇ ਕਾਰਜ ਕਰਦਾ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਕਿਸੇ ਨੂੰ ਧੱਕੇ ਨਾਲ ਬਦਲਣਾ ਚਾਹੇ ਤੇ ਨਹੀਂ ਬਦਲਦਾ। ਮੇਰਾ ਸਿੱਖ ਤੁਰਕਣੀ ਦਾ ਧਿਆਨ ਦਿਓ, ਤੁਰਕਣੀ ਦਾ ਸੰਗ ਨਾ ਕਰੇ। ਇੱਕ ਬਾਰ ਹੀ ਭੋਗੇ ਕੋਏ ਮੁਸਲਮਾਨ ਸੋ ਤਤ ਸਿਨ ਹੋਏ। ਜੇ ਭਾਵਨਾ ਕਰਕੇ ਕਿਸੇ ਨੇ ਇੱਕ ਵਾਰ ਵੀ ਤੁਰਕਣੀ ਦਾ ਸੰਗ ਕਰ ਲਿਆ, ਮਨ ਕਰਕੇ, ਕਾਮਨਾ ਕਰਕੇ, ਕਾਮ ਵਾਸ਼ਨਾ ਕਰਕੇ, ਤਾਂ ਫਿਰ ਉਹ ਮੇਰਾ ਸਿੱਖ ਨਹੀਂ ਰਿਹਾ। ਇਹ ਚਾਰੇ ਬਜਰ ਕਰੇਤਾਂ ਵਿੱਚ ਆਉਂਦਾ ਹੈ। ਜੋ ਨਰ ਹਿੰਦੂ ਧਰਮ ਕੋ ਤਰੈ ਬਚੇ ਤੁਰਕਣੀ ਤੇ ਸੋ ਤਰੈ। ਲੈ ਮਿੱਤਰੋ, ਜਿਹਨੇ ਆਪਣੇ ਧਰਮ ਨੂੰ ਕਾਇਮ ਰੱਖਣਾ ਉਹ ਤੁਰਕਣੀ ਤੋਂ ਬਚੇ, ਭਾਵ ਆਪਣੇ ਧਰਮ ਦੇ ਵਿੱਚ ਬੱਚਿਆਂ ਦੀ ਸ਼ਾਦੀ ਕਰੇ। ਪਿਛਲੇ ਦਿਨੀ ਆਪਾਂ ਸਰਵਣ ਕੀਤੀ ਸੀ ਸਾਖੀ ਕਿ ਜੋ ਦੋ ਪਿਓ ਪੁੱਤ ਚਰਖੜੀ ਤੇ ਚੜਾਏ ਗਏ, ਉਹਨਾਂ ਦਾ ਚਰਖੜੀ ਤੇ ਚੜ ਕੇ ਸ਼ਹੀਦ ਹੋਣ ਦਾ ਇਹੀ ਕਾਰਨ ਸੀ ਕਿ ਸੂਬੇਦਾਰ ਦੀ ਲੜਕੀ ਕਹਿੰਦੀ, ਜਿਹੜਾ ਤੁਹਾਡੇ ਪੁਲਾਣੇ ਸਿੱਖ ਦਾ ਲੜਕਾ ਹੈ ਨਾ, ਬੜਾ ਲੰਮਾ ਸੁੰਦਰ, ਮੈਨੂੰ ਬੜਾ ਸੋਹਣਾ ਲੱਗਦਾ ਤੇ ਮੈਂ ਸ਼ਾਦੀ ਕਰਨੀ ਹੈ। ਤੇ ਉਹ ਮੁਸਲਮਾਨ ਕਹਿਣ ਲੱਗਿਆ, ਗੱਲ ਹੀ ਕੋਈ ਨਹੀਂ, ਆਪਾਂ ਉਹਦੇ ਪਿਓ ਨੂੰ ਪੁੱਛ ਲੈਂਦੇ ਹਾਂ। ਜਦੋਂ ਗੁਰਸਿੱਖ ਨੂੰ ਪੁੱਛਿਆ, ਉਹਨਾਂ ਦੀ ਨੌਕਰੀ ਕਰਦਾ ਸੀਗਾ, ਕਿਉਂਕਿ ਉਹ ਰਾਜ ਤੁਰਕਾਂ ਦਾ ਸੀ ਉਸ ਵੇਲੇ। ਤੇ ਉਹਨਾਂ ਨੇ ਜਵਾਬ ਦੇ ਦਿੱਤਾ ਵੀ ਨਹੀਂ, ਇਹ ਨਹੀਂ ਹੋ ਸਕਦਾ, ਸਾਨੂੰ ਗੁਰੂ ਦਾ ਹੁਕਮ ਨਹੀਂ ਹੈ, ਨੌਕਰੀ ਅਸੀਂ ਰੋਜੀ ਵਾਸਤੇ ਕਰਦੇ ਹਾਂ, ਇਹ ਸਾਡੀ ਕਿਰਤ ਹੈ, ਪਰ ਸ਼ਾਦੀ ਨਹੀਂ ਹੋ ਸਕਦੀ ਤੁਹਾਡੇ ਤੇ ਸਾਡੇ ਬੱਚਿਆਂ ਦੀ। ਤਾਂ ਉਸ ਨੇ ਗੁਰੂ ਪਿਆਰਿਓ ਆਪਣੀ ਜ਼ਬਰਦਸਤੀ ਦੇ ਨਾਲ ਉਹਨਾਂ ਦੋਨੇ ਪਿਓ ਪੁੱਤਾਂ ਨੂੰ ਚਰਖੜੀ ਤੇ ਚੜਾ ਕੇ ਫਿਰ ਸ਼ਹੀਦ ਕਰ ਦਿੱਤਾ। ਪਰ ਸਿੱਖਾਂ ਨੇ ਆਪਣਾ ਧਰਮ ਨਹੀਂ ਛੱਡਿਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜੇ ਕਿਸੇ ਨੇ ਆਪਣੇ ਧਰਮ ਵਿੱਚ ਕਾਇਮ ਰਹਿਣਾ ਹੈ ਤੇ ਕਦੇ ਵੀ ਇਸ ਚੀਜ਼ ਨੂੰ ਨਾ ਗ੍ਰਹਿਣ ਕਰੇ। ਜੋ ਪਰ ਨਾਰ ਭੋਗ ਪਛਤਾਵੈ ਕੁਛ ਪ੍ਰਸ਼ਾਚਤ ਆਗੇ ਤੇ ਕਰਵਾਵੈ। ਇਸ ਕਰਕੇ ਪਹਿਲੀ ਗੱਲ ਤਾਂ ਇਹ ਕਾਰਜ ਕਰਨਾ ਹੀ ਨਹੀਂਗਾ। ਬਚੋ ਇਸ ਚੀਜ਼ ਤੋਂ।
ਪ੍ਰਾਸ਼ਚਿਤ ਕਰੋ, ਪਛਤਾਵਾ ਕਰੋ ਵੀ ਇਹ ਗਲਤੀ ਮੈਥੋਂ ਨਾ ਹੋਵੇ। ਕੈ ਗੁਰ ਸਿੱਖਨ ਤੇ ਬਖਸ਼ਾਵੈ, ਸੋ ਸਿੱਖ ਅਗਤੇ ਬਖਸ਼ੋ ਜਾਵੈ। ਤੇ ਇਸ ਤਰ੍ਹਾਂ ਜੋ ਧੱਕਾ ਕੀਤਾ ਤੁਹਾਡੇ ਨਾਲ ਉਹਨਾਂ ਨੇ, ਵਿਸ਼ੇ ਵਿਕਾਰਾਂ ਤੋਂ ਸਿੱਖ ਨੂੰ ਬਚਣਾ ਚਾਹੀਦਾ ਹੈ ਤੇ ਫਿਰ ਸਿੰਘਾਂ ਦੇ ਕੋਲ ਆ ਕੇ ਇਹ ਗਲਤੀ ਦੱਸ ਕਰਕੇ ਬਖਸ਼ ਲੈਣਾ ਚਾਹੀਦਾ ਹੈ। ਜੋ ਤੁਰ ਕਰ ਸਿੱਖ ਭੋਗੇ ਜਾਏ, ਸੋਨੇ ਬਖਸ਼ੋ ਜਾਈ ਕਦਾਈ। ਇਹ ਤਾਂ ਫਿਰ ਮਨ ਦੀ ਮਰਜ਼ੀ ਹੋ ਗਈ ਨਾ। ਜੋ ਮਨ ਦੀ ਮਰਜ਼ੀ ਦੇ ਨਾਲ ਇਸ ਵਿਸ਼ੇ ਵਿਕਾਰ ਨੂੰ ਭੋਗਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਂਦਾ ਜੀ। ਪਾਕੋ ਮੁਸਲਮਾਨ ਹੈ ਸੋਏ, ਪ੍ਰਥਮ ਅਜਾਨ ਜੇ ਭੂਲੇ ਕੋਏ। ਔਰ ਉਧਰ ਮੁਸਲਮਾਨਾਂ ਨੂੰ ਵੀ ਸਮਝਾਉਂਦੇ ਹਨ, ਜਿਸ ਤਰ੍ਹਾਂ ਮੇਰੇ ਪ੍ਰੀਤਮ ਜੀ ਨੇ ਬਾਣੀ ਵਿੱਚ ਲਿਖਿਆ ਹੈ ਕਿ ਮੁਸਲਮਾਨ ਜਿਹੜਾ ਹੈ ਆਪਣੀਆਂ ਪੰਜੇ ਨਮਾਜ਼ਾਂ ਦਾ ਪੱਕਾ ਹੋਣਾ ਚਾਹੀਦਾ ਹੈ। ਤੇ ਜੇ ਮੁਸਲਮਾਨ ਆਪਣੀ ਨਮਾਜ਼ ਭੁੱਲਦਾ ਹੈ, ਅਜਾਨ ਹੁੰਦਾ ਹੈ ਅੰਮ੍ਰਿਤ ਵੇਲਾ, ਜੇ ਸਿੱਖ ਅੰਮ੍ਰਿਤ ਵੇਲਾ ਭੁੱਲਦਾ ਹੈ ਤਾਂ ਇਹ ਵੀ ਸਮਝੋ ਗੁਰੂ ਤੋਂ ਪਿੱਛੇ ਹਟ ਰਿਹਾ ਹੈ। ਤੇ ਜੇ ਮੁਸਲਮਾਨ ਆਪਣੀ ਅਜਾਨ ਦੀ ਨਮਾਜ਼ ਹੁੰਦੀ ਹੈ ਸਵੇਰ ਦੀ ਨਮਾਜ਼, ਜੇ ਉਹ ਭੁੱਲਦਾ ਹੈ ਤੇ ਇਹ ਵੀ ਪ੍ਰਵਾਨ ਨਹੀਂ ਜੀ। ਮਿਲ ਤੁਰ ਕਣ ਸੰਗ ਸਿੱਖ ਬਨ ਜਾਏ, ਸੋ ਪੇ ਛੁੱਟ ਜਾਏ ਗੁਰ ਧਿਆਏ। ਔਰ ਇਸ ਕਰਕੇ ਤੁਰਕਾਂ ਦੇ ਨਾਲ ਰਹਿਣ ਦੇ ਨਾਲ ਕੋਈ ਮੁਸਲਮਾਨ ਨਹੀਂ ਬਣਦਾ, ਪਰ ਤੁਰਕਣੀ ਦੇ ਨਾਲ ਸੰਪਰਕ ਕਰਨ ਵਾਸਤੇ ਜਾਂ ਸ਼ਾਦੀ ਕਰਾਉਣ ਕਰਕੇ ਉਹ ਕਦੇ ਬਖਸ਼ਿਆ ਨਹੀਂ ਜਾਂਦਾ। ਗੁਣ ਸਿੰਘਨ ਬੋਝੇ ਗੁਣ ਖਾਨੀ, ਬ੍ਰਿੰਦ ਤੁਰਕ ਭੋਗੇ ਹਿੰਦਵਾਨੀ। ਸਿੰਘਾਂ ਨੇ ਇੱਥੇ ਇੱਕ ਬਹੁਤ ਵੱਡੀ ਗੱਲ ਕਹੀ ਤੇ ਗੁਰੂ ਸਾਹਿਬ ਨੇ ਉਸ ਦਾ ਬਹੁਤ ਵੱਡਾ ਹੱਲ ਦੱਸਿਆ। ਕਹਿੰਦੇ ਬਸ ਨੂੰ ਐਂ ਦੱਸੋ ਫਿਰ ਆ ਜਿਹੜੇ ਮੁਸਲਮਾਨ ਹਿੰਦੂਆਂ ਦੀਆਂ ਲੜਕੀਆਂ ਚੱਕ ਕੇ ਲੈ ਜਾਂਦੇ ਨੇ ਫਿਰ ਉਹਨਾਂ ਦਾ ਕੀ ਬਣੂਗਾ। ਇੱਕ ਵਾਰ ਕਿਤੇ ਸਿੰਘਾਂ ਨੇ ਜੰਗ ਕੀਤਾ ਤੇ ਇੱਕ ਮੁਸਲਮਾਨ ਲੜਕੀ ਉਹਨਾਂ ਦੇ ਹੱਥ ਆ ਗਈ ਤੇ ਉਸ ਨੂੰ ਅਨੰਦਪੁਰ ਸਾਹਿਬ ਲੈ ਆਏ। ਕਹੋ ਸਤਨਾਮ। ਗੁਰੂ ਸਾਹਿਬ ਨੂੰ ਪਤਾ ਲੱਗਿਆ ਉਹ ਸਿੰਘ ਤਲਬਲੇ ਕਹਿੰਦੇ ਇੱਧਰ ਆਓ ਬਈ। ਹਾਂਜੀ, ਸਾਨੂੰ ਪਤਾ ਲੱਗਿਆ ਕੋਈ ਮੁਸਲਮਾਨ ਲੜਕੀ ਤੁਹਾਡੇ ਜਥੇ 'ਚ ਆ ਗਈ ਨਾਲ। ਹਾਂਜੀ, ਕਿਉਂ? ਮਹਾਰਾਜ ਉਹ ਹਜ਼ਾਰਾਂ ਲੜਕੀਆਂ ਹਿੰਦੁਸਤਾਨ ਦੀਆਂ ਭਾਰਤੀਆਂ ਦੀਆਂ ਚੱਕ ਕੇ ਲੈ ਜਾਂਦੇ ਨੇ, ਅਸੀਂ ਤਾਂ ਇੱਕੋ ਹੀ ਲਿਆਂਦੀ ਆ। ਉੱਥੇ ਪਾਤਸ਼ਾਹ ਨੇ ਆਹ ਗੱਲ ਕਹੀ ਸੀ ਉਹਨਾਂ ਨੂੰ, ਕਹਿੰਦੇ ਮੂਰਖੋ, ਓਏ ਉਹਨਾਂ ਨੇ ਤਾਂ ਨਰਕਾਂ ਨੂੰ ਜਾਣਾ ਹੈ। ਉਹ ਕਹਿੰਦੇ ਦੇਖੋ ਜੀ ਇਹ ਜਿਹੜੇ ਮੁਸਲਮਾਨ ਹੈ ਇਹ ਹਿੰਦੁਸਤਾਨ ਦੀਆਂ ਹਿੰਦੂਆਂ ਦੀਆਂ ਹਜ਼ਾਰਾਂ ਲੜਕੀਆਂ ਨੂੰ ਲੈ ਜਾਂਦੇ ਹਨ। ਸਿੱਖ ਬਦਲਾ ਲੈ ਭਲਾ ਜਨਾਏ, ਕਿਉਂ ਗੁਰ ਸ਼ਾਸਤਰ ਵਰਜ ਹਟਾਏ। ਤੇ ਮਹਾਰਾਜ ਅਸੀਂ ਉਹਦਾ ਬਦਲਾ ਲੈਣਾ, ਪਰ ਤੁਹਾਡੇ ਗ੍ਰੰਥ ਜਾਂ ਤੁਹਾਡੇ ਬਚਨ ਸਾਨੂੰ ਇਸ ਗੱਲ ਤੋਂ ਕਿਉਂ ਵਰਜਦੇ ਹੈ ਕਿ ਅਸੀਂ ਇਹ ਚੀਜ਼ ਦਾ ਬਦਲਾ ਨਹੀਂ ਲੈ ਸਕਦੇ ਉਹਨਾਂ ਤੋਂ। ਸੁਣ ਸਤ ਗੁਰ ਬੋਲੇ ਤਿਸ ਬੀਰੀ, ਹਮਲੇ ਜਾਨੋ ਪੰਥੋ ਚੇਰੀ। ਇਹ ਪਾਤਸ਼ਾਹ ਜੀ ਦੇ ਦਸਮ ਬਾਣੀ ਦੇ ਵਿੱਚ ਲਿਖੇ ਹੋਏ ਬਚਨ ਹੈ। ਕਹਿੰਦੇ ਉਹ ਸਿੱਖੋ ਅਸੀਂ ਤਾਂ ਪੰਥ ਨੂੰ ਉੱਚਾ ਲੈ ਕੇ ਜਾਣਾ ਚਾਹੁੰਦੇ ਹਾਂ। ਨਹੀਂ ਅਧੋਗਤ ਵਿਖੇ ਪੁਚਾਵੇ, ਯਾਤੇ ਕਲਮਲ ਕਰਨ ਹਟਾਵੇ। ਅਸੀਂ ਆਪਣੇ ਸਿੱਖ ਨੂੰ ਅਧੋਗਤੀ ਨੂੰ ਭਾਵ ਨੀਚ ਕਰਮਾਂ ਦੇ ਕਾਰਨ ਨਰਕਾਂ ਨੂੰ ਨਹੀਂ ਜਾਣ ਦੇਣਾ। ਇਸੇ ਕਰਕੇ ਅਸੀਂ ਆਪਣੇ ਸਿੱਖਾਂ ਦੇ ਉੱਤੇ ਇਹ ਜਿਹੜੇ ਸਖਤ ਬਚਨ ਕੀਤੇ ਹਨ, ਬੈਨ ਲਾਏ ਹਨ ਬਈ ਮੇਰਾ ਸਿੱਖ ਇਹ ਕੰਮ ਨਾ ਕਰੇ ਤਾਂ ਕਿ ਮੇਰਾ ਸਿੱਖ ਨਰਕਾਂ ਨੂੰ ਨਾ ਜਾਵੇ। ਤਾਂ ਤੇ ਮੈਂ ਸਿੱਖਾਂ ਨੂੰ ਇਸ ਕਰਕੇ ਇਸ ਪਾਸੇ ਤੋਂ ਹੁਕਮ ਲਾਇਆ। ਮਤਲਬ ਇੱਕ ਤਾਂ ਹੁੰਦਾ ਨਾ ਪਿਆਰ ਨਾਲ ਸਮਝਾਉਣਾ ਵੈਸੀ, ਪਰ ਪਾਤਸ਼ਾਹ ਨੇ ਇਹ ਜਿਹੜੀਆਂ ਚਾਰ ਬੱਜਰ ਕ੍ਰਿਤਾਂ ਇਹ ਪੱਕੇ ਤੌਰ ਤੇ ਹੁਕਮ ਲਾ ਕੇ ਕਿਹਾ ਕਿ ਇਹ ਚਾਰਾਂ ਨੂੰ ਸਿੱਖ ਨੇ ਕਦੇ ਵੀ ਗਲਤੀ ਨਾਲ ਵੀ ਨਹੀਂ ਉਲੰਘਣਾ ਕਰਨੀ। ਤਾਂ ਪਾਤਸ਼ਾਹ ਕਹਿਣ ਲੱਗੇ ਅਸੀਂ ਤਾਂ ਆਪਣੇ ਧਰਮ ਨੂੰ ਪੰਥ ਨੂੰ ਉੱਚਾ ਲੈ ਕੇ ਜਾਣਾ ਹੈ। ਮੇਰਾ ਸਿੱਖ ਅਧੋਗਤੀ ਨਰਕਾਂ ਨੂੰ ਨਾ ਜਾਵੇ, ਜਾਂ ਤੇ ਕਲਮਲ ਕਰਨ ਹਟਾਵੇ, ਤਾਂ ਤੇ ਅਸੀਂ ਸਿੱਖਾਂ ਨੂੰ ਇਸ ਮਾੜੇ ਕੰਮਾਂ ਤੋਂ ਵਰਜ ਕੇ ਰੱਖਦੇ ਹਾਂ। ਪੰਥ ਭੂਤਨਾ ਕੋ ਹੈ ਜੋਈ, ਲਿਓ ਸੰਭਾਲ ਮੁਹੰਮਦ ਸੋਈ। ਕਹਿੰਦੇ ਮੁਹੰਮਦ ਨੇ ਇਹ ਭੂਤਨਿਆਂ ਦਾ ਪੰਥ ਸੰਭਿਆ ਹੋਇਆ, ਭਾਵ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਵਿੱਚ ਪੈਂਦੇ ਨੇ ਉਹ ਲੋਕ ਜਿਹੜੇ ਇਹ ਕਰਮ ਕਰਦੇ ਆ। ਕੋ ਸਤਨਾਮ। ਇਹ ਭੂਤਨਿਆਂ ਦਾ ਪੰਥ ਹੈ ਇਹ ਜਿਹੜਾ ਹੈ ਮੁਹੰਮਦੀ ਲੋਕਾਂ ਨੇ ਭਾ ਮੁਸਲਮਾਨਾਂ ਨੇ ਸਾਂਭਿਆ ਹੋਇਆ ਹੈ। ਹੈ ਨੀਚਨ ਕੀ ਰੀਤਾ ਚੇਰੀ, ਪਿਖ ਅਪਮਾਨ ਕਰੇ ਸਭ ਬੇਰੀ। ਨੀਚਾਂ ਦੀ ਜਿਹੜੀ ਹੈ ਸੰਗਤ ਕਦੇ ਨਹੀਂ ਕਰਨੀ ਚਾਹੀਦੀ, ਹਮੇਸ਼ਾ ਡਰਨਾ ਚਾਹੀਦਾ। ਤੁਹਾਡੇ ਪੈਰ ਲਿਬੜੇ ਹੋਣ ਤਾਂ ਨਲਕੇ ਵੱਲ ਜਾਣਾ ਚਾਹੀਦਾ, ਪਰ ਜੇ ਨਲਕਾ ਚਿੱਕੜ ਵਿੱਚ ਹੋਵੇ ਤੇ ਫਿਰ ਚਿੱਕੜ ਵਿੱਚ ਨਹੀਂ ਜਾਣਾ ਚਾਹੀਦਾ। ਕੋ ਸਤਨਾਮ। ਪੈਰ ਧੋਣ ਵਾਸਤੇ ਨਲਕੇ ਕੋਲ ਜਾਣਾ ਚਾਹੀਦਾ ਹੈ,
ਪਰ ਜੇ ਪੈਰ ਸਾਫ਼ ਹੈ, ਨਲਕਾ ਚਿੱਕੜ 'ਚ ਫਿਰ ਨਹੀਂ ਉੱਥੇ ਜਾਣਾ ਚਾਹੀਦਾ, ਨਹੀਂ ਜਾਂਦੇ ਆਪਾਂ। ਤੋ ਪਾਤਸ਼ਾਹ ਕਹਿਣ ਲੱਗੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਿੱਖ ਜਿਹੜੇ ਉਹ ਨਰਕਾਂ ਨੂੰ ਚਲੇ ਜਾਣ। ਇਹ ਜਿਹੜਾ ਭੂਤਨਿਆਂ ਦਾ ਪੰਥ ਹੈ ਇਹ ਮੁਸਲਮਾਨਾਂ ਨੂੰ ਦਿੱਤਾ ਹੋਇਆ ਹੈ। ਇਹ ਨੀਚ ਕਰਮ ਜਿਹੜੇ ਹਨ ਸਭ ਉਹ ਕਰਦੇ ਹਨ ਤੇ ਇਸ ਦਾ ਅੱਗੇ ਚੱਲ ਕੇ ਬੜਾ ਅਪਮਾਨ ਹੁੰਦਾ ਹੈ। ਗੁਰਬਚਨ ਸ਼ਾਸਤਰਨ ਕਰੀ ਨਿਯੋਗਾ, ਆਸ਼ਰਮਾਨ ਤੇ ਮਾਨਣ ਯੋਗ। ਇਸ ਕਰਦੇ ਗੁਰੂ ਦੇ ਬਚਨ ਜਿਹੜੇ ਹਨ, ਸ਼ਾਸਤਰ ਹੁੰਦਾ ਬਚਨ, ਜੋ ਵੇਦ ਗ੍ਰੰਥ ਇਹਨੂੰ ਸ਼ਾਸਤਰ ਕਹਿੰਦੇ ਆ। ਤਾਂ ਇਹਦੇ ਵਿੱਚ ਜਿਹੜੇ ਬਚਨ ਹਨ ਉਹ ਗੁਰੂ ਦੇ ਬਚਨ ਹਨ। ਇਸ ਕਰਕੇ ਗੁਰੂ ਨੇ ਇਹ ਬਚਨ ਦਿੱਤੇ ਹਨ ਤੇ ਸਿੱਖਾਂ ਨੂੰ ਇਹ ਧਾਰਨ ਦੀ ਆਗਿਆ ਦਿੱਤੀ ਹੈ ਪੱਕੇ ਤੌਰ ਤੇ। ਇਮ ਕੈ ਕਰ ਪੁਨ ਸਿੱਖ ਮਿਲਾਇਓ, ਕਰਿਓ ਕੜਾ ਸਰਬ ਵਰਤਾਇਓ। ਇਉਂ ਉਹ ਸਿੱਖ ਦਾ ਫਿਰ ਅਰਦਾਸਾ ਕੀਤਾ ਗਿਆ, ਕੜਾ ਪ੍ਰਸ਼ਾਦੀ ਦੇਗ ਬਣਾ ਕਰਕੇ ਉਹ ਸਿੱਖ ਨੂੰ ਬਖਸ਼ਿਆ ਗਿਆ, ਕਿਉਂਕਿ ਉਹਦੇ ਨਾਲ ਧੱਕਾ ਹੋਇਆ ਸੀਗਾ, ਉਹਦੀ ਇੱਛਾ ਨਹੀਂ ਸੀ ਐਸਾ ਕੰਮ ਕਰਨ ਦੀ। ਇਸੇ ਰੀਤ ਸਿੱਖ ਕਰਤੇ ਜੰਗ, ਹੋਵਣ ਲੱਗੇ ਦੁਖਤ ਸ਼ੁੱਧ ਸੰਗ। ਚਲੋ ਖੈਰ ਅੱਗੇ ਚੱਲੀਏ। ਹੁਣ ਜੰਗ ਦੀ ਇਹ ਕਥਾ ਚੱਲ ਰਹੀ ਆ। ਭਾਈ ਸਾਹਿਬ ਜੀ ਹੁਣ ਧਿਆਨ ਉਸ ਪਾਸੇ ਲੈ ਗਏ, ਕਹਿੰਦੇ ਜੰਗ ਦੀ ਕਥਾ ਚੱਲ ਰਹੀ ਹੈ ਔਰ ਜੰਗ ਦੇ ਵਿੱਚ ਹੁਣ ਜਿਹੜਾ ਬਾਹਰੋਂ ਰਾਸ਼ਨ ਆਉਣਾ ਬੰਦ ਹੋ ਗਿਆ, ਸਿੰਘਾਂ ਨੂੰ ਭੁੱਖੇ ਵੀ ਰਹਿਣਾ ਪਿਆ। ਖਾਸ ਖਜ਼ਾਨੇ ਦਰਬ ਜਤੀਕਾ, ਪਾਵੇ ਸਤ ਦਰਬ ਵਿਖੇ ਤਤੀਕਾ। ਹੁਣ ਜਿਹੜਾ ਖਜ਼ਾਨੇ ਵਿੱਚ ਪੈਸਾ ਆਉਂਦਾ ਸਤਿਗੁਰੂ ਪਾਤਸ਼ਾਹ ਜੀ ਉਹ ਸਤਲੁਜ ਵਿੱਚ ਪਾ ਦਿੰਦੇ ਆ। ਮਾਇਆ ਜਿਹੜੀ ਆਉਂਦੀ ਆ, ਪਿੱਛੇ ਵੀ ਆਪਾਂ ਸਰਵਣ ਕੀਤਾ ਸੀ। ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਪਰਥਾਏ ਸਿੱਖਾਂ ਨੇ ਸਲਾਹ ਕੀਤੀ ਵੀ ਯਾਰ ਕਿਤੇ ਵਾਹਵਾ ਸਾਰਾ ਸਿਉਣਾ ਹੋਵੇ ਨਾ, ਜਿਹੜਾ ਇੰਨੀ ਜਗ੍ਹਾ ਗੁਰੂ ਸਾਹਿਬ ਦੇ ਬੈਠਣ ਵਾਲੀ ਇਹ ਸਾਰੀ ਸਿਉਣੇ ਦੀ ਬਣਾਈ ਹੈ। ਕੋਈ ਸਤਨਾਮ। ਤੇ ਪਾਤਸ਼ਾਹ ਜੀ ਨੇ ਚਿੱਠੀਆਂ ਕੱਢਤੀਆਂ, ਜਾਣੀ ਜਾਣ ਤਾਂ ਹੈਗਾ ਹੀ ਆ, ਬਈ ਸਾਨੂੰ ਵੱਧ ਤੋਂ ਵੱਧ ਸੋਨਾ ਭੇਜੋ ਭਾਈ। ਤੇ ਮਸੰਦਾਂ ਨੇ, ਸਿੱਖਾਂ ਨੇ, ਸੰਗਤਾਂ ਨੇ ਸੋਨੇ ਦੇ ਢੇਰ ਲਾਤੇ। ਤੇ ਖਜ਼ਾਨਚੀ ਨੇ ਪੁੱਛਿਆ ਵੀ ਸੋਨਾ ਕਿੰਨਾ ਕੁ ਆ ਗਿਆ? ਕਹਿੰਦੇ ਜੀ ਬਹੁਤ ਹੋ ਗਿਆ। ਕਹਿੰਦੇ ਠੀਕ ਆ। ਥੋੜੇ ਦਿਨਾਂ ਬਾਅਦ ਪਾਤਸ਼ਾਹ ਘੁੰਮਦੇ ਘੁੰਮਦੇ ਸਤਲੁਜ ਕਿਨਾਰੇ ਜਾ ਖੜੇ। ਉੱਥੇ ਜਾ ਕੇ ਖਜ਼ਾਨਚੀ ਨੂੰ ਕਹਿੰਦੇ ਵੀ ਐਦਾਂ ਕਰ, ਜਿੰਨਾ ਖਜ਼ਾਨਾ ਪਿਆ ਟੋਕਰਿਆਂ 'ਚ ਪਾ ਪਾ ਕੇ ਇੱਥੇ ਭੇਜ। ਟੋਹਾ ਪੱਟ ਲਿਆ ਡੂੰਘਾ ਸਾਰਾ, ਦਰਿਆ ਦੇ ਕਿਨਾਰੇ ਦੇ ਵਿੱਚ ਕਰਕੇ ਨਾ ਡੂੰਘਾ ਸਾਰਾ ਟੋਹਾ ਪਟਾ ਲਿਆ। ਫਿਰ ਖਜ਼ਾਨੇ ਦੀ ਲਾਈਨ ਲੱਗੀ ਪਈ ਆ, ਟੋਕਰੇ ਭਰ ਭਰ ਲਿਆਂਦੇ। 18 ਅਰਬ ਦਾ ਖਜ਼ਾਨਾ ਸੀ ਉਸ ਵੇਲੇ। ਅੱਜ ਕਿੰਨੇ ਦਾ ਹੋਊਗਾ? ਗਿਣਤੀ ਤੋਂ ਬਾਹਰ ਟੱਪ ਗਿਆ ਕੰਮ। ਤਾਂ ਉਹ ਸਾਰਾ ਖਜ਼ਾਨਾ ਉਹਨਾਂ ਨੇ ਸਤਲੁਜ ਦਰਿਆ ਦੇ ਉਸ ਟੋਹੇ ਵਿੱਚ ਪਾ ਦਿੱਤਾ ਗੁਰੂ ਪਿਆਰਿਓ। ਤੇ ਮਾਤਾ ਗੁਜਰੀ ਜੀ ਕਹਿਣ ਲੱਗੇ, ਮਹਾਰਾਜ ਪੁੱਤਰ ਇਹ ਇੰਨੀ ਮਾਇਆ ਤੂੰ ਇੱਕ ਸਿੱਟੀ ਜਾਣਾ ਤੇ ਸਿੱਖਾਂ ਦੇ ਘਰੇ ਭੇਜ ਦੇਣਗੇ, ਇਹਨਾਂ ਦੇ ਬੱਚੇ ਛਕ ਛਕਾ ਲੈਣਗੇ। ਤੇ ਪਾਤਸ਼ਾਹ ਦਾ ਜਵਾਬ ਸੀ, ਮਾਤਾ ਜੀ ਥੋੜ੍ਹਾ ਜਿਹਾ ਜ਼ਹਿਰ ਲਿਆ ਕੇ ਦਿਓ। ਤੇ ਮਾਤਾ ਜੀ ਕਹਿਣ ਲੱਗੇ, ਕਿਉਂ ਜ਼ਹਿਰ ਕੀ ਕਰਨਾ ਹੈ? ਕਹਿੰਦੇ ਮੈਂ ਖਾਣਾ। ਕਹਿੰਦੇ ਮਰਨਾ? ਫਿਰ ਮੇਰੇ ਸਿੱਖਾਂ ਨੇ ਮਰਨਾ। ਇਹ ਚੜਾਵੇ ਦਾ ਜਿਹੜਾ ਪੈਸਾ ਨਾ ਇਹ ਸਾਂਝੇ ਕੰਮਾਂ ਤੇ ਵਰਤਿਆ ਜਾ ਸਕਦਾ ਹੈ। ਇਸ ਚੜਾਵੇ ਦੇ ਪੈਸੇ ਨੂੰ ਅਸੀਂ ਸਿੱਖਾਂ ਨੂੰ ਖਾਣ ਵਾਸਤੇ ਨਹੀਂ ਦੇ ਸਕਦੇ। ਕੋ ਸਤਨਾਮ। ਇਸ ਕਰਕੇ ਜਿਹੜਾ ਮਾਇਆ ਅੰਦਰ ਸੀ ਉਹ ਸਾਰੀ ਪਾਤਸ਼ਾਹ ਨੇ ਸਤਲੁਜ ਦਰਿਆ ਵਿੱਚ ਨੱਪ ਦਿੱਤੀ। ਤੇ ਰਾਤ ਨੂੰ ਕਹਿੰਦੇ ਪਹਾੜੀਏ ਲੱਭਣ ਵੀ ਆਏ। ਉਹ ਪੈੜਾਂ ਜੀਆਂ ਦਬਦੇ ਫਿਰਦੇ ਆ ਵੀ ਇੱਥੇ ਜੇ ਟੋਹਾ ਪੱਟਿਆ ਸੀਗਾ, ਇੰਨੀ ਮਾਇਆ ਕੱਢ ਕੇ ਲੈ ਚੱਲੋ। ਪਰ ਮੁੜ ਕੇ ਉਹਨਾਂ ਨੂੰ ਦਰਿਆ ਵਿੱਚੋਂ ਮਾਇਆ ਨਹੀਂ ਲੱਭੀ। ਕਹੋ ਸਤਨਾਮ। ਕਿੱਧਰ ਨੂੰ ਗਈ ਹੈ ਗੁਰੂ ਜਾਣਦਾ। ਤੋ ਖੈਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦਾ ਖਾਸ ਖਜ਼ਾਨਾ ਸੀਗਾ, ਉਹ ਤਾਂ ਦਰਿਆ ਵਿੱਚ ਨੱਪ ਦਿੱਤਾ ਹੈ। ਸ਼ੰਭਰ ਆਦਿਕ ਸਭ ਚੀਰ, ਤੁਕ ਬਾਵੈ ਪਾਵਕ ਪ੍ਰਭ ਧੀਰ। ਜਿਹੜੇ ਰੇਸ਼ਮੀ ਕੱਪੜੇ ਪਏ ਸੀ, ਵਸਤਰ ਪਏ ਸੀਗੇ, ਕਿਉਂਕਿ ਹੁਣ ਸਮਾਂ ਐਸਾ ਆ ਗਿਆ ਸੀ ਇਹ ਸਮਾਨ ਸੰਭਾਲਿਆ ਨਹੀਂ ਜਾਣਾ। ਤੇ ਕਿਲੇ ਦੇ ਵਿਚਾਲੇ ਰੱਖ ਕੇ ਸਾਰਿਆਂ ਨੂੰ ਅਗਨ ਭੇਟ ਕਰ ਦਿੱਤਾ ਜੀ। ਇਸ ਬਿਦ ਸਰਬ ਸਮਾਜ ਨਵੇਰੈ, ਫੂਕੇ ਕੀ ਜਲ ਸੜਤਾ ਗੀਰੈ। ਹਾਂ, ਜਾਂ ਤਾਂ ਜਿਹੜਾ ਕੱਪੜਾ ਆਉਂਦਾ ਹੈ ਉਸ ਨੂੰ ਅਗਨ ਭੇਟ ਕੀਤਾ ਹੋਇਆ, ਕਿਉਂਕਿ ਹੁਣ ਤਾਂ ਕੁਝ ਆਉਂਦਾ ਨਹੀਂ ਬਾਹਰੋਂ, ਕਿਉਂਕਿ ਸਾਰੇ ਘੇਰਾ ਪਾ ਕੇ ਬਹਿ ਗਏ ਆ ਮੁਸਲਮਾਨ। ਜਿਹੜਾ ਪਹਿਲਾਂ ਦਾ ਸਮਾਨ ਪਿਆ ਮੈਂ ਉਹਦੀ ਗੱਲ ਕਰਦਾ ਵੀ ਇਹਦੀ ਹੁਣ ਬੇਅਦਬੀ ਹੋਣੀ ਆ। ਤੇ ਜਿਹੜੀ ਮਾਇਆ ਸੀ ਉਹ ਦਰਿਆ ਵਿੱਚ ਪ੍ਰਵਾਹ ਦਿੰਦੇ ਆ। ਤੇ ਜਿਹੜੇ ਵਸਤਰ ਪਏ ਹਨ ਉਹਨਾਂ ਨੂੰ ਜੋ ਨਹੀਂ ਵਰਤੋਂ 'ਚ ਹੁਣ ਆ ਸਕਦੇ ਅਗਨ ਭੇਟ ਕਰ ਦਿੰਦੇ ਜੀ। ਲੋਕ ਪੁਕਾਰਨ ਲਾਗੇ ਪੁਰ ਮੈਂ, ਸਹਿਓ ਨ ਜਾਏ ਚੁਦਾ ਦੁਪੁਰ ਮੈਂ। ਤੋ ਇਸ ਤਰ੍ਹਾਂ ਨਗਰ ਦੇ ਲੋਕ, ਕਿਉਂਕਿ ਨਗਰ ਨੂੰ ਘੇਰਾ ਪੈ ਚੁੱਕਿਆ ਸੀਗਾ, ਨਗਰ ਨਿਵਾਸੀ ਵੀ ਔਖੇ ਹੋ ਗਏ ਸੀਗੇ। ਕਹਿੰਦੇ ਲੋਕ ਹੁਣ ਭੁੱਖੇ ਰਹਿਣ ਲੱਗੇ ਤੇ
ਦੁਖੀ ਹੋਣ ਲੱਗੇ। ਪਰਜਾ ਨਿਕਸ ਕਰ ਗਈ ਵੈਰ ਕੋ, ਸੋਪਟ ਸਿੰਘ ਨੇ ਤਿਆਗੀ ਗੁਰ ਕੋ। ਹੁਣ ਜਿਹੜੀ ਪਰਜਾ ਸੀ, ਨਗਰ ਨਿਵਾਸੀ ਸੀ, ਉਹਨਾਂ ਨੂੰ ਤੁਰਕਾਂ ਨੇ ਕੁਛ ਨਹੀਂ ਕਿਹਾ। ਉਹ ਆਨੰਦਪੁਰ ਨੂੰ ਛੱਡ ਕੇ ਘੇਰੇ ਵਿੱਚੋਂ ਨਿਕਲ ਕੇ ਬਾਹਰ ਚਲੇ ਗਏ। ਭੁੱਖੇ ਮਰਦੇ ਉਹ ਕੀ ਕਰਦੇ? ਤੋ ਜਨਤਾ ਜਿਹੜੀ ਹੈ, ਨਗਰ ਨਿਵਾਸੀ ਜਿਹੜੇ ਸਨ, ਉਹ ਆਨੰਦਪੁਰ ਨੂੰ ਛੱਡ ਕੇ ਬਾਹਰ ਨਿਕਲ ਗਏ। ਪਰ ਸਿੰਘ ਜਿਹੜੇ ਹਨ ਉਹ ਕਿਲੇ ਦੇ ਵਿੱਚ ਹਨ। ਰਹੇ ਛੁਦਾਤੁਰ ਤੋਂ ਲਗਤ ਹੈ, ਸ਼ਤਰਣ ਮਾਰਤ ਅਪਮਰਤ ਹੈ। ਪਰ ਗੁਰੂ ਕੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਹਨ। ਭਾਵੇਂ ਕਿ ਹੁਣ ਖਾਣ ਨੂੰ ਵਧੀਆ ਨਹੀਂ ਮਿਲਦਾਗਾ। ਗੁਰੂ ਪਿਆਰਿਓ, ਸ਼ੁਰੂਆਤ 'ਚ ਪ੍ਰਸ਼ਾਦੇ ਖਾਧੇ, ਉਸ ਤੋਂ ਬਾਅਦ ਫਿਰ ਛੋਲੇ ਪਏ ਸਨ, ਉਹਨਾਂ ਨੂੰ ਵੀ ਭੁੰਨ ਕੇ ਭਿਉਂ ਕੇ ਖਾਧਾ। ਉਸ ਤੋਂ ਬਾਅਦ ਗੁਰੂ ਪਿਆਰਿਓ, ਜਦ ਉਹ ਵੀ ਸਮਾਪਤੀ ਹੋ ਗਈ ਤੇ ਜਿਹੜੇ ਅੰਦਰ ਦਰਖਤ ਸਨ ਉਹਨਾਂ ਦੇ ਪੱਤੇ ਖਾਧੇ ਕੋਮਲ। ਉਸ ਤੋਂ ਬਾਅਦ ਉਹਨਾਂ ਦੀਆਂ ਛਿੱਲੜਾਂ ਵੀ ਉਬਾਲ ਕੇ ਪੀਤੀਆਂ। ਕਹੋ ਸਤਿਨਾਮ। ਐਸਾ ਸਮਾਂ ਵੀ ਖਾਲਸੇ ਤੇ ਆਇਆ, ਪਰ ਆਪਣੇ ਧਰਮ ਤੋਂ ਨਹੀਂ ਹੱਲਿਆ। ਜੰਗ ਦਾ ਮੈਦਾਨ ਨਹੀਂ ਛੱਡ ਕੇ ਗਏ। ਕਹੇ ਸਕਲ ਮਿਲਿਆ ਬਨੈ ਭਾਗੈ, ਦਹਿ ਸੀਸ ਗੁਰੂ ਕੀ ਆਗੈ। ਔਰ ਸਿੰਘ ਕਹਿੰਦੇ ਹੁਣ ਭੱਜਣਾ ਨਹੀਂ ਮੈਦਾਨ ਛੱਡ ਕੇ, ਭਾਵੇਂ ਭੁੱਖੇ ਮਰ ਜਾਈਏ, ਭਾਵੇਂ ਲੜ ਕੇ ਮਰ ਜਾਈਏ, ਪਰ ਗੁਰੂ ਦੇ ਸਾਹਮਣੇ ਸਰੀਰ ਤਿਆਗਣਾ। ਸਿਦਕ ਵਿਖੇ ਸਾਬਤ ਦ੍ਰਿੜ ਰਹੈ, ਸੰਕਟ ਅਨੇਕ ਪ੍ਰਕਾਰ ਮਿਸਹਿ। ਔਰ ਹੁਣ ਸਿੰਘ ਜਿਹੜੇ ਹਨ ਉਸ ਕਿਲੇ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਦੁੱਖ ਨੂੰ ਗ੍ਰਹਿਣ ਕਰ ਰਹੇ ਆ, ਝੱਲ ਰਹੇ ਆ ਸਰੀਰ ਤੇ। ਸ੍ਰੀ ਗੁਜਰੀ ਡਿਗ ਕਰੇ ਬਖਾਨੀ, ਮਾਤ ਗੁਰੂ ਗਤ ਜਾਏ ਨ ਜਾਣੀ। ਔਰ ਸਿੰਘ ਜਾ ਕੇ ਮਾਤਾ ਗੁਜਰੀ ਜੀ ਨੂੰ ਕਹਿੰਦੇ ਆ, ਮਾਤਾ ਜੀ ਇਹ ਗੁਰੂ ਸਾਹਿਬ ਕੀ ਕਰੀ ਜਾਂਦੇ ਆ, ਇਹਨਾਂ ਨੂੰ ਸਮਝਾਓ ਕੁਛ। ਮਾਤਾ ਜੀ ਕਹਿੰਦੇ ਮੈਨੂੰ ਨਹੀਂ ਕੋਈ ਸਮਝ ਆਉਂਦੀ ਕੀ ਕਰਦਾ। ਅੰਨ ਬਿਨਾ ਸਗਰੇ ਮਰ ਜਾਏ, ਪਾਉ ਪਾਉ ਕਬ ਕਬ ਇਕ ਪੈ। ਤੇ ਮਾਤਾ ਜੀ ਪਾਈਏ ਨਾਲ ਭਲਾ ਸਾਡਾ ਕਿਤੇ ਢਿੱਡ ਭਰਦਾ? ਹੁਣ ਪਾਈਆ ਛੋਲਿਆਂ ਦੀ ਮੁੱਠ ਤੇ ਨਾਲ ਪਾਣੀ ਦਾ ਗਲਾਸ, ਗੁੜ ਦਾ ਡਾਲਾ ਲੈ ਵੀ ਆ, ਛਕ ਛਕਾ ਲਓ, ਹੁਣ ਹੋਰ ਤਾਂ ਕੁਛ ਹੈ ਨਹੀਂ। ਇਸ ਕਰਕੇ ਮਾਤਾ ਜੀ ਅਸੀਂ ਕੀ ਕਰੀਏ? ਸੁਤ ਕੀ ਕ੍ਰਿਤ ਸੁਨ ਦੇਖਨ ਕਰਤੇ, ਪਰਮ ਦੁਖੀ ਚਿਤ ਚਿੰਤਾ ਧਰਤੀ। ਹੁਣ ਪਰਿਵਾਰ ਵੀ ਸਾਰਾ ਅੰਦਰ ਹੀ ਹੈ ਨਾ, ਉਸ ਵੇਲੇ ਹਜੇ ਅਨੰਦਪੁਰ ਛੱਡਿਆ ਨਹੀਂਗਾ। ਤੋ ਮਾਤਾ ਜੀ ਪੁੱਤਰ ਦੇ ਕੌਤਕਾਂ ਨੂੰ ਦੇਖ ਕੇ ਅੰਦਰ ਬੜੀ ਚਿੰਤਾ ਕਰਦੀ ਹੈ। ਪਰ ਗੁਰੂ ਆਪਣੀ ਮਰਜ਼ੀ ਦਾ ਮਾਲਕ ਹੈ। ਗੁਰੂ ਨੂੰ ਕੋਈ ਸਲਾਹ ਦੇਣ ਵਾਲਾ ਨਹੀਂ ਜੰਮਿਆ। ਗੁਰੂ ਨੂੰ ਪਤਾ ਕਿ ਉਹਨੇ ਕੀ ਕਰਨਾ, ਆਉਣ ਵਾਲੇ ਸਮੇਂ ਬਾਰੇ ਗੁਰੂ ਜਾਣਦਾ ਹੈ। ਇਸ ਕਰਕੇ ਕੋਈ ਅੱਗੋਂ ਗੁਰੂ ਸਾਹਿਬ ਨੂੰ ਇਹ ਵੀ ਨਹੀਂ ਕਹਿ ਸਕਦਾ ਐ ਨਹੀਂ ਤੇ ਐ ਕਰੋ। ਕਹਿ ਨਾ ਸਕੇ ਸ਼ਰਾਫ ਤੇ ਡਰੈ, ਰਿਸ਼ਤੇ ਕੱਚ ਮੁਖ ਤੇ ਕਹਿ ਪਰੈ। ਗੁਰੂ ਜਾਣਬੁੱਝ ਕੇ ਕੋਈ ਸ਼ਰਾਪ ਜਾਂ ਵਰ ਨਹੀਂ ਦਿੰਦਾਗਾ। ਸਾਧ ਜੇ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਵਰ ਜਾਂ ਸ਼ਰਾਪ ਧੱਕੇ ਨਾਲ ਨਹੀਂ ਦਿੰਦਾ, ਜਾਣ ਕੇ ਨਹੀਂ ਦਿੰਦਾਗਾ। ਇਹ ਤਾਂ ਜੋ ਸਹਿਜ ਸੁਭਾਅ ਮੂੰਹ ਚੋਂ ਨਿਕਲ ਜਾਂਦਾ ਉਹ ਗੱਲ ਚੱਲ ਜਾਂਦੀ ਹੈ। ਇਸ ਕਰਕੇ ਡਰਦੇ ਹੈ ਬਈ ਅਸੀਂ ਗੁਰੂ ਸਾਹਿਬ ਨੂੰ ਕੁਛ ਕਹਾਂਗੇ, ਅੱਗੋਂ ਪਤਾ ਨਹੀਂ ਗੁਰੂ ਸਾਹਿਬ ਕੀ ਕਹਿਣ। ਤੇ ਜੇ ਕਿਤੇ ਗੁੱਸੇ ਵਿੱਚ ਹੋ ਗਿਆ ਗੱਲ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ। ਜੇ ਕਿਸੇ ਗੱਲ ਤੇ ਗੁੱਸੇ ਹੋ ਗਏ ਤੇ ਵੱਡੇ ਵੱਡੇ ਰਾਜਿਆਂ ਨੂੰ ਘਾਹ ਹੀ ਬਣਾ ਸਕਦੇ ਆ। ਇੰਨੇ ਕਮਜ਼ੋਰ ਹੋ ਜਾਣ, ਜਿਵੇਂ ਘਾਹ ਦਾ ਤੀਲਾ ਸਿੱਧਾ ਨਹੀਂ ਖੜ ਸਕਦਾ, ਘਾਹ ਦੀ ਤਰ੍ਹਾਂ ਕਮਜ਼ੋਰ ਕਰ ਦੇਵੇ। ਸੋ ਸਭ ਸਾਚ ਹੋਏ ਨ ਡਰੈ, ਕਹਿਨ ਅਕਹਿਨ ਅਨੁਚਿਤ ਵਿਚਰੈ। ਇਸ ਕਰਕੇ ਸਿੰਘ ਜਿਹੜੇ ਗੁਰੂ ਸਾਹਿਬ ਨੂੰ ਕੁਛ ਨਹੀਂ ਕਹਿੰਦੇਗੇ, ਚੁੱਪ ਰਹਿੰਦੇ ਹਨ। ਉਹ ਨਿਕਟ ਜੋ ਦਾਸ ਕਨੇਰੇ, ਕਰੇ ਸੁਨਾਬਨ ਕਸ਼ਟ ਬਡੇਰੇ। ਪਰ ਜਿਨ੍ਹਾਂ ਦਾ ਗੱਲਬਾਤ ਖੁੱਲੀ ਹੋਈ ਹੈ, ਗੁਰੂ ਸਾਹਿਬ ਦੇ ਨੇੜੇ ਰਹਿੰਦੇ ਆ ਥੋੜੇ, ਉਹ ਗੱਲਬਾਤ ਕਰਦੇ ਆ ਇਸ ਵਿਸ਼ੇ ਤੇ। ਸਿੰਘ ਸੈਂਕੜੇ ਲੜ ਕਰ ਮਰੈ, ਬਚੇ ਨ ਜੀਵਨ ਆਸ਼ਾ ਕਰੈ। ਮਹਾਰਾਜ ਜੀ ਆਪਣੇ ਸੈਂਕੜੇ ਸਿੰਘ ਜਿਹੜੇ ਹਨ ਜੰਗ ਦੇ ਵਿੱਚ ਵੀ ਸ਼ਹੀਦੀਆਂ ਪਾ ਰਹੇ ਨੇ, ਪਰ ਆ ਜਿਹੜਾ ਭੁੱਖ ਦਾ ਦੁੱਖ ਹੈ ਨਾ, ਇਹ ਨਹੀਂ ਝੱਲਿਆ ਜਾਂਦਾ। ਬਾਕੀ ਠੀਕ ਹੈ। ਇੱਕ ਦਿਨ ਮਨ ਕੋ ਦ੍ਰਿੜ ਕਰ ਆਏ, ਸਾਬਿਤ ਕਰ ਦੁਖ ਤੇ ਤਪਤਾਏ। ਇੱਕ ਦਿਨ ਮਾਤਾ ਜੀ ਫਿਰ ਮਨ ਤਕੜਾ ਜਿਹਾ ਕਰਕੇ ਆਪਣੇ ਪੁੱਤਰ ਕੋਲ ਆਈ ਹੈ। ਕਰ ਕੇ ਧਰ ਕੇ ਹੋਏ ਡਿਗ ਖੜੇ, ਚਿੰਤ ਚਿੰਤਾ ਤੇ ਕਹਿ ਰਿਸ ਭਰੇ। ਤਾਂ ਸਿੱਖਾਂ ਦੀ ਚਿੰਤਾ ਵੀ ਮਾਤਾ ਜੀ ਨੂੰ ਹੈ। ਤੇ ਮਾਤਾ ਜੀ ਕਹਿਣ ਲੱਗੇ, ਪੁੱਤਰਾ ਜਗ ਮੇ ਬਨ ਕਰ ਗੁਰੂ ਕਹਾਏ, ਸਿੱਖ ਮਾਰਣੇ ਤਰਚੋ ਪਾਏ। ਪੁੱਤਰਾ ਤੂੰ ਸਿੱਖਾਂ ਦਾ ਗੁਰੂ ਕਹਾਉਣਾ, ਕੀ ਇਹ ਸਿੱਖਾਂ ਨੂੰ ਮਾਰਨ ਦਾ ਢੰਗ ਵਿੱਢਿਆ ਹੋਇਆ ਤੂੰ? ਇਹ ਸਿੱਖ ਭੁੱਖੇ ਮਰ ਰਹੇ ਨੇ। ਟੁੱਟ ਸਿੰਘ ਅਗਰ ਹੋਏ ਲਰੈ, ਸਿਰ ਪਰ ਵੈਰੀ ਕੜਕਤ ਖਰੇ। ਦੁਸ਼ਮਣ ਸਿਰ ਤੇ ਬੈਠਾ ਹੈ ਸਾਡੇ, ਤੇ ਸਿੰਘ ਲੜਾਈਆਂ ਕਰਦੇ ਆ ਉਹਨਾਂ ਨਾਲ, ਸ਼ਹੀਦੀਆਂ ਪਾ ਰਹੇ ਹਨ। ਸਭ ਮੈਂ ਭੂਖ ਵਰਤ ਬੋ ਰਹੇ, ਨਿਸ ਦਿਨ ਭੋਜਨ ਪ੍ਰਾਪਤ
ਪ੍ਰਾਪਤ ਨਹੀਂ। ਹੁਣ ਜਿੱਥੇ ਪਹਿਲਾਂ 2 ਟਾਈਮ ਰੋਟੀ ਖਾਂਦੇ ਸਵੇਰ ਸ਼ਾਮ, ਹੁਣ ਤਾਂ 24 ਘੰਟਿਆਂ ਬਾਅਦ ਭਾਵ 12 ਘੰਟਿਆਂ ਤੋਂ ਬਾਅਦ ਇੱਕ ਟਾਈਮ 8 ਪਹਿਰਾ ਭੋਜਨ ਮਿਲਦਾ ਹੈ। ਪੂਰਬ ਦਰਦ ਪਾਈ ਦਰਿਆਏ, ਆਪਣੀ ਕਾਸ ਸਭ ਦੇ ਤੁਰੜਾਏ। ਉਹ ਜਿਹੜੀ ਮਾਇਆ ਤੂੰ ਦਰਿਆ 'ਚ ਨੱਪੀ ਸੀ, ਤੈਨੂੰ ਕਿਹਾ ਸੀ ਇਹਨਾਂ ਨੂੰ ਦੇ ਦੇ, ਇਹਨਾਂ ਦੇ ਕੰਮ ਆ ਜਾਂਦੀ, ਸਾਰੀ ਤੂੰ ਦਰਿਆ ਵਿੱਚ ਸਿੱਟ ਦਿੱਤੇ। ਉਹ ਗੁਨਾਹ ਸਿੱਖ ਨਾਸ ਕਰਿਓ, ਜਿਸ ਤੇ ਤੋ ਕਸ਼ਟ ਤਿਨ ਭਰਿਓ। ਪੁੱਤਰਾ ਵਿਚਾਰੇ ਸਿੱਖਾਂ ਨੇ ਕੀ ਗੁਨਾਹ ਕੀਤਾ ਹੈ, ਤੂੰ ਇਹਨਾਂ ਨੂੰ ਇੰਨੇ ਦੁੱਖਾਂ ਦੇ ਸਮੇਂ 'ਚੋਂ ਲੰਘਾ ਰਿਹਾ ਹੈ। ਇੰਨਾ ਸੋਨਾ ਚਾਂਦੀ ਸੰਪਤੀ ਸੀ ਆਪਣੇ ਕੋਲ, ਸਾਰੀ ਦਰਿਆ ਵਿੱਚ ਪਾ ਦਿੱਤੀ ਹੈ। ਇਹਨਾਂ ਵਿਚਾਰਿਆਂ ਨੇ ਕੀ ਗਲਤੀ ਕੀਤੀ ਆ? ਪਾਈਆ ਅੰਨ ਪਾਏ ਤਖਾਨੇ, ਕਿਮ ਲੈ ਸਕੇ ਸਿੰਘ ਬਲਹਾਨੇ। ਜਿਹੜੇ ਸਿੰਘਾਂ ਦਾ 2.5 ਸੇਰ ਖੁਰਾਕ ਹੈ, ਉਹ ਪਾਈਏ ਨਾਲ ਕਿਵੇਂ ਸਾਰਨਗੇ ਤੇ ਕਿਵੇਂ ਉਹ ਲੜਨਗੇ? ਧੀਰਜ ਗਿਓ ਛੂਟ ਸਭ ਕੀਰੀ, ਤੁਰਕਨ ਗਿਰਸ਼ਨ 14 ਘੇਰੇ। ਪੁੱਤਰਾ ਸਿੱਖਾਂ ਦਾ ਧੀ ਟੁੱਟਦਾ ਜਾ ਰਿਹਾ ਹੈ। ਪਹਾੜੀਆਂ ਅਤੇ ਤੁਰਕਾਂ ਨੇ ਅਨੰਦਪੁਰ ਸਾਹਿਬ ਨਗਰ ਨੂੰ ਘੇਰਾ ਪਾ ਛੱਡਿਆ। ਕਾਲੇ ਲਾਖੋਂ ਚੜ ਮਾਰੈ, ਕਿਦੋ ਛੁਦਤ ਹੈ ਪਾਨ ਨਿਕਾਰੈ। ਔਰ ਘਾਲ ਹੇਲ ਭਾਵ ਕਿਸੇ ਤਰ੍ਹਾਂ ਬਾਹਰੋਂ ਰਾਸ਼ਨ ਲਿਆਉਣ ਵਾਸਤੇ ਚੜ੍ਹਾਈ ਕਰਦੇ ਆ ਕਦੇ ਕਦੇ ਮੇਰੇ ਸਿੰਘ, ਭੁੱਖ ਤੋਂ ਬਚਣ ਵਾਸਤੇ, ਔਰ ਜਾਂਦੇ ਆ ਤਾਂ ਉਹਨਾਂ ਨਾਲ ਲੜਾਈ ਹੋ ਜਾਂਦੀ ਹੈ। ਸਭ ਕੋ ਅੰਤ ਲਖਿਓ ਅਭਿਆਵੈ, ਹਮ ਸਮੇਤ ਕਿਮ ਜੀਵਨ ਪਾਵੈ। ਕੀ ਪੁੱਤਰਾ ਸਾਡਾ ਇੱਥੇ ਹੀ ਅੰਤ ਹੈ ਸਭ ਦਾ? ਏਦਾਂ ਹੀ ਮਰ ਜਾਵਾਂਗੇ ਭੁੱਖ ਦੇ ਨਾਲ? ਮਾਤਾ ਜੀ ਪਾਤਸ਼ਾਹ ਨੂੰ ਪੁੱਛਦੇ ਨੇ, ਅਬ ਵੀ ਬਖਸ਼ੋ ਸੰਗਤ ਤੇਰੀ, ਕਿਉਂ ਦੁਖ ਭੁੱਖ ਵਰਤਾਏ ਬਡੇਰੀ। ਬਖਸ਼ ਦੇ ਪੁੱਤਰਾ ਬਖਸ਼ ਦੇ, ਕਿਉਂ ਆਪਣੀ ਸੰਗਤ ਨੂੰ ਭੁੱਖ ਦਾ ਦੁੱਖ ਦਿੱਤਾ ਹੈ? ਸੁਣ ਮਾਤਾ ਤੇ ਆਪ ਉਚਾਰਾ, ਹਮਕੋ ਹੁਕਮ ਦੀਨ ਕਰਤਾਰਾ। ਪਾਤਸ਼ਾਹ ਕਹਿੰਦੇ ਮਾਤਾ ਜੀ ਮੈਨੂੰ ਪਰਮੇਸ਼ਰ ਦਾ ਕਰਤਾਰ ਦਾ ਇਹੀ ਹੁਕਮ ਹੈ। ਤੋਏ ਪੰਥ ਸੁਧਾਰਨ ਕਰਿਓ, ਨਾਮ ਇਸ਼ਨਾਨ ਆਦਿ ਗੁਰ ਭਰਿਓ। ਮੈਂ ਇਸ ਪੰਥ ਨੂੰ ਉੱਚੀਆਂ ਉਚਾਈਆਂ ਤੇ ਲੈ ਕੇ ਜਾਣਾ ਹੈ। ਜਿਸ ਤਰ੍ਹਾਂ ਬੱਚੇ ਨੂੰ ਪ੍ਰੈਕਟਿਸ ਕਰਾਉਂਦੇ ਆ ਨਾ, ਕਸਰਤ ਕਰਾਉਂਦੇ ਆ, ਤੇ ਬਹੁਤ ਸਾਰਾ ਗੁਰੂ ਪਿਆਰਿਓ ਜਿਹੜੇ ਉਹਨਾਂ ਦੇ ਅਧਿਆਪਕ ਮਾਸਟਰ ਹੁੰਦੇ ਆ, ਤਰ੍ਹਾਂ ਤਰ੍ਹਾਂ ਦਾ ਉਹਨਾਂ ਨੂੰ ਗਿਆਨ ਦਿੰਦੇ ਹਨ। ਤਾਂ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਮਾਤਾ ਜੀ ਅਸਲ ਦੇ ਵਿੱਚ ਜਿਹੜਾ ਹੈ ਮੈਂ ਇਹਨਾਂ ਨੂੰ ਬਹੁਤ ਉੱਚੇ ਲੈ ਕੇ ਜਾਣਾ, ਮੈਨੂੰ ਇਹ ਕਰਤਾਰ ਦਾ ਹੁਕਮ ਹੈ। ਇਸ ਕੋ ਹਮ ਬਿਰਤਾਵਨ ਕਰੈ, ਨਹੀਂ ਗਾਲ ਬੇਕੀਚ ਤਰੈ। ਔਰ ਮੈਂ ਆਪਣੇ ਪੰਥ ਨੂੰ ਵਧਾ ਰਿਹਾ, ਮੈਂ ਖਤਮ ਨਹੀਂ ਕਰ ਰਿਹਾ। ਮਾਤਾ ਜੀ ਕਹਿੰਦੇ ਮਰਦੇ ਜਾਂਦੇ ਆ, ਕੋਈ ਗੱਲ ਨਹੀਂ, ਸ਼ਹੀਦੀਆਂ ਵੀ ਪੈਣੀਆਂ ਸਿੰਘਾਂ ਦੀਆਂ, ਪਰ ਮੇਰਾ ਪੰਥ ਵਰਦਾ ਜਾਵੇਗਾ। ਪੂਜਾ ਕੋ ਲੈ ਕਰ ਜਬ ਕਹਿ, ਤਿਸ ਤੇ ਪੰਥ ਘਾਟ ਬਲ ਹੈ। ਪਰ ਜਦੋਂ ਮੇਰਾ ਪੰਥ ਇਹ ਪੂਜਾ ਦਾ ਧਾਨ ਖਾਊਗਾ, ਫਿਰ ਇਹਦੀ ਤਾਕਤ ਖਤਮ ਹੋ ਜੂਗੀ। ਵਾਕਿਆ ਹੀ ਦੇਖੋ ਹੁਣ, ਜੇ ਗੁਰੂ ਪਿਆਰੂ ਇਹ ਚੜਾਵਾ ਅਸੀਂ ਆਪਣੇ ਤੌਰ ਤੇ ਆਪਦੇ ਵਾਸਤੇ ਵਰਤਾਂਗੇ, ਜਿਸਨੇ ਵੀ ਵਰਤੇ ਹੈ ਉਸ ਦੀ ਤਾਕਤ ਖਤਮ ਹੋ ਜਾਣੀ ਆ। ਕੋਈ ਸਤਨਾਮ ਸਭ ਸਿਆਣੇ ਬੈਠੇ ਹੋ, ਜਿਹੜਾ ਇਹ ਚੜਾਵੇ ਨੂੰ ਆਪਦੇ ਨਿਜ ਕੰਮਾਂ ਵਾਸਤੇ ਵਰਤੂਗਾ ਉਹ ਖਤਮ ਹੋ ਜਾਊਗਾ, ਉਹ ਗਲ ਜਾਵੇਗਾ। ਗੁਰੂ ਸਾਹਿਬ ਦੇ ਬਚਨ ਹਨ ਬਈ ਇਹ ਚੜਾਵੇ ਨੂੰ ਆਪਾਂ ਲੰਗਰ ਚਲਾ ਸਕਦੇ ਹਾਂ, ਸੰਗਤਾਂ ਦੇ ਵਾਸਤੇ ਸਾਂਝੇ ਕੰਮ ਕਰ ਸਕਦੇ ਹਾਂ, ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਂਝੇ ਥਾਵਾਂ ਵਾਸਤੇ ਵਰਤਿਆ ਜਾ ਸਕਦਾ ਹੈ। ਪਰ ਜੇ ਕੋਈ ਇਹਨੂੰ ਆਪਦੇ ਵਾਸਤੇ ਵਰਤੇਗਾ ਤੇ ਉਹ ਜਿਹੜਾ ਹੈ ਕਦੇ ਵੀ ਪੂਰਾ ਨਹੀਂ ਉਤਰੇਗਾ। ਸੁਣੋ ਮਾਤਾ ਇਹ ਪੂਜਨਸ, ਜ਼ਹਿਰ ਆਏ ਬਲ ਬੋਦੇ ਪ੍ਰੰਸ। ਇਸ ਤਰ੍ਹਾਂ ਮਾਤਾ ਜੀ ਕਹਿ ਰਹੇ ਹਨ, ਪੁੱਤਰ ਤੂੰ ਆਪਣੇ ਬੱਚਿਆਂ ਨੂੰ ਜਿਹੜਾ ਹੈ ਭੁੱਖੇ ਮਾਰ ਰਿਹਾ ਹੈ, ਤੂੰ ਇਹਨਾਂ ਨੂੰ ਜਿਹੜਾ ਹੈ ਚੰਗਾ ਖੁਰਾਕ ਦੇ, ਚੰਗਾ ਇਹਨਾਂ ਨੂੰ ਪਾਲਣਾ ਕਰ। ਪਰ ਪਾਤਸ਼ਾਹ ਜੀ ਕਹਿੰਦੇ ਮਾਤਾ ਜੀ ਇਹ ਜਿਹੜੀ ਚੜਾਵੇ ਦੀ ਅੰਸ਼ ਹੈ ਨਾ, ਇਹ ਜਿਹੜੀ ਹੈ ਕਿਸੇ ਦੇ ਖਾਣ ਯੋਗ ਨਹੀਂ ਹੈ। ਰਾਣੇਤਾ ਧੀਰਜ ਗਾਇਓ, ਛੂਟ ਸਭ ਕੇਰੇ, ਤੁਰਕ ਗ੍ਰੀਸ਼ਨ 14 ਘੇਰੇ। ਪੁੱਤਰਾ ਸਿੱਖਾਂ ਦਾ ਧੀਰਜ ਟੁੱਟ ਚੁੱਕਿਆ ਹੈ। 4 ਛਪੇਰੇ ਪਹਾੜੀਆਂ ਤੇ ਤੁਰਕਾਂ ਨੇ ਘੇਰਾ ਪਾ ਛੱਡਿਆ ਜੀ। ਕਾਲੇ ਲਾਖੋ ਚੜ ਮਾਰੈ, ਕਿਦੋ ਛੁਦਤ ਹੈ ਪਾਨ ਨਿਕਾਰੈ। ਔਰ ਘਾਲਨਾ ਕਰਦੇ ਹੋਏ ਸਿੰਘ ਭੁੱਖ ਨੂੰ ਦੂਰ ਕਰਨ ਵਾਸਤੇ ਜਦੋਂ ਜਾਂਦੇ ਹਨ ਇਹਨਾਂ ਦੇ ਘੇਰੇ ਨੂੰ ਤੋੜ ਕੇ, ਤਾਂ ਬਹੁਤ ਸਾਰੇ ਲੜਾਈਆਂ ਹੋ ਜਾਂਦੀਆਂ, ਕਈ ਸਿੱਖ ਮਰ ਵੀ ਜਾਂਦੇ ਹਨ। ਸਭ ਕੋ ਅੰਤ ਲਖਿਓ ਅਭਿਆਵੈ, ਹਮ ਸਮੇਤ ਕਿਮ ਜੀਵਨ ਪਾਵੈ।
ਕੀ ਪੁੱਤਰਾ ਸਾਡਾ ਇਸੇ ਤਰ੍ਹਾਂ ਹੀ ਅੰਤ ਹੋ ਜਾਵੇਗਾ ਕਿਲੇ ਦੇ ਵਿੱਚ ਭੁੱਖ ਦੇ ਨਾਲ? ਅਬ ਵੀ ਬਖਸ਼ੋ ਸੰਗਤ ਤੇਰੀ, ਕਿਉਂ ਦੁਖ ਭੁੱਖ ਵਰਤਾਏ ਵਡੇਰੇ। ਹਜੇ ਵੀ ਕਿਰਪਾ ਕਰਦੇ, ਇਹਨਾਂ ਬੱਚਿਆਂ ਨੂੰ ਬਖਸ਼ ਦੇ, ਆਪਣੇ ਸਿੱਖਾਂ ਨੂੰ, ਸੰਗਤਾਂ ਨੂੰ ਬਖਸ਼ ਦੇ, ਇਹ ਭੁੱਖ ਦਾ ਦੁੱਖ ਜਿਹੜਾ ਹੈ ਰੋਕ ਦੇ। ਸੁਣ ਮਾਤਾ ਤੇ ਆਪ ਉਚਾਰਾ, ਹਮਕੋ ਹੁਕਮ ਦੀਨ ਕਰਤਾਰਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਮਾਤਾ ਜੀ ਸਾਨੂੰ ਕਰਤਾਰ ਦਾ ਇਹੀ ਹੁਕਮ ਹੈ। ਤੋਏ ਪੰਥ ਸੁਧਾਰਨ ਕਰਿਓ, ਨਾਮ ਇਸ਼ਨਾਨ ਆਦਿ ਗੁਣ ਭਰਿਓ। ਮੈਂ ਆਪਣੇ ਪੰਥ ਦੇ ਵਿੱਚ ਨਾਮ ਸਿਮਰਨ ਭਜਨ ਬੰਦਗੀ ਇਸ਼ਨਾਨ ਅੰਮ੍ਰਿਤ ਵੇਲੇ ਜਾਗਣਾ ਨਾਮ ਜਪਣਾ, ਜਿੱਥੇ ਇਹ ਭਰਿਆ ਉਥੇ ਸ਼ਾਸਤਰ ਕਲਾ ਵੀ ਭਰੀ ਹੈ। ਇਸ ਕੋ ਹਮ ਬੇਤਾਵਨ ਕਰੈ, ਨਹੀਂ ਗਾਲ ਬੇਕੀਚ ਤਰੈ। ਮੈਂ ਆਪਣੇ ਪੰਥ ਨੂੰ ਗਾਲਣਾ ਨਹੀਂਗਾ, ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਨ, ਮਤ ਮਾਰਨ ਹੱਡ ਭੰਨਣ ਕੰਮ ਕਰਨ ਨਾ ਦੇਣ। ਕਹੋ ਸਤਨਾਮ। ਜਦੋਂ ਕੋਈ ਫ੍ਰੀ ਦੇ ਵਿੱਚ ਖਾਵੇਗਾ ਉਦੋਂ, ਜੇ ਕੋਈ ਅਸੀਂ ਸੇਵਾ ਕਰਕੇ ਛਕਾਂਗੇ ਉਹ ਦੂਸਰੀ ਗੱਲ ਹੈ, ਪਰ ਜਦੋਂ ਕੋਈ ਕਹੇ ਵੀ ਚੱਲ ਠੀਕ ਹੈ ਤੜਕੇ ਖਾ ਲਈ, ਹੱਥ ਨੇ ਖਾ ਲਈ, ਲੰਮੇ ਪੈ ਗਏ, ਤੇ ਫਿਰ ਉਹ ਖਰਾਬ ਕਰਦੀ ਆ। ਕਹੋ ਸਤਨਾਮ। ਗੁਰੂ ਸਾਹਿਬ ਦੇ ਬਚਨ ਮੇਰੇ ਨਹੀਂ ਹੈਗੇ। ਤਾਂ ਇਸ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਦੇ ਵਿੱਚ ਖਡੂਰ ਸਾਹਿਬ ਦੇ ਵਿਖੇ ਇੱਕ ਮਨੁੱਖ ਆਇਆ, ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ, ਸੁਬਾਹ ਲੰਗਰ ਛਕ ਲੈਂਦਾ, ਸ਼ਾਮ ਨੂੰ ਛਕ ਲੈਂਦਾ ਤੇ ਲੰਮਾ ਪਿਆ ਰਹਿੰਦਾ। ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੇ ਕਹਿਣਾ, ਭਾਈ ਤੂੰ ਕੋਈ ਕੰਮ ਕੁੰਮ ਕਰ ਲਿਆ ਕਰ, ਵਿਹਲਾ ਪਿਆ ਰਹਿਣਾ। ਕਹਿੰਦਾ ਜਦੋਂ ਗੁਰੂ ਸਾਹਿਬ ਕਹਿਣਗੇ ਉਦੋਂ ਕਰ ਲੂੰਗਾ। ਹੁਣ ਗੁਰੂ ਸਾਹਿਬ ਥੋੜਾ ਹਰੇਕ ਨੂੰ ਕਹਿਣਗੇ, ਬੁੱਢੇ ਹੋਰਿਆਂ ਦੀ ਡਿਊਟੀ ਲਾਈ ਹੋਈ ਹੈ ਵੀ ਤੁਸੀਂ ਕੰਮ ਚਲਾਓ ਆਪੇ ਭਾਈ। ਬਾਬੇ ਬੁੱਢੇ ਦੀ ਗੱਲ ਨਾ ਸੁਣਨੀ ਤੇ ਉਹਨੇ ਅੱਗੋਂ ਇਹ ਜਵਾਬ ਦੇਣਾ। ਔਰ ਗੁਰੂ ਸਾਹਿਬ ਜਾਨੀ ਜਾਨ ਸਭ ਸਮਝਦੇ ਆ। ਤੇ ਇੱਕ ਦਿਨ ਕੁਦਰਤੀ ਕਿਤੇ ਗੁਰੂ ਸਾਹਿਬ ਦੇ ਸਾਹਮਣੇ ਬੈਠਾ ਹੈ। ਗੁਰੂ ਸਾਹਿਬ ਜੀ ਮੌਕਾ ਜੇ ਵੇਖਿਆ, ਉਹ ਸਿੱਖਾ, ਉਹ ਭਾਈ ਤੂੰ ਬੇਲੀਆਂ ਖਾ ਕੇ ਸੁਬਾਹ ਸ਼ਾਮ ਦੁਪਹਿਰੇ ਤੇ ਪੈ ਜਾਂਦਾ, ਤੇ ਕੋਈ ਮਾੜੀ ਮੋਟੀ ਸੇਵਾ ਤਾਂ ਕਰ ਲਿਆ ਕਰ। ਕਹਿੰਦੇ ਤੁਸੀਂ ਕਦੇ ਕਿਹਾ ਹੀ ਨਹੀਂ ਮੈਨੂੰ ਕੁਛ ਕਰਨ ਨੂੰ। ਕਹਿੰਦੇ ਤੈਨੂੰ ਬੁੱਢੇ ਵਰਗੇ ਸਾਰੇ ਕਹਿੰਦੇ ਆ, ਤੂੰ ਉਹਨਾਂ ਨੂੰ ਜਵਾਬ ਦੇ ਦਿੰਦਾ। ਕਹਿੰਦਾ ਜੀ ਤੁਸੀਂ ਦੱਸੋ ਕੀ ਕਰਾਂ। ਕਹਿੰਦਾ ਮੈਂ ਤਾਂ ਫਿਰ ਤੈਨੂੰ ਇਹ ਕਹਿਣਾ ਵੀ ਜੰਗਲ ਵਿੱਚ ਜਾ, ਚੇਖਾ ਬਣਾ ਕੇ ਲੱਕੜਾਂ ਦੀ ਤੇ ਮੱਚ ਜਾ। ਕਹੋ ਸਤਨਾਮ। ਜਾਂ ਸਰ ਜਾ ਕੇ। ਹੁਣ ਕਹਿੰਦੇ ਮੋੜ ਬਚਨ ਸਾਡਾ ਮੰਨੇਗਾ? ਕਹਿੰਦਾ ਜੀ ਜਾਨਾ। ਜੰਗਲ ਵਿੱਚ ਗਿਆ, ਲੱਕੜਾਂ ਇਕੱਠੀਆਂ ਕੀਤੀਆਂ, ਚਿਖਾ ਬਣਾਈ, ਚਿਖਾ ਨੂੰ ਅੱਗ ਲਾਤੀ, ਵਿੱਚ ਛਾਲ ਮਾਰਨ ਨੂੰ ਜੀ ਨਾ ਕਰੇ। ਕਹੋ ਸਤਨਾਮ। ਕੁਦਰਤੀ ਕੋਈ ਚੋਰ ਜਿਸਨੇ ਰਾਜੇ ਦੀ ਚੋਰੀ ਕੀਤੀ ਸੀ, ਉਹਦੇ ਮਗਰ ਬਾਹਰ ਲੱਗੀ ਸੀ ਫੜਨ ਵਾਸਤੇ, ਉਹਦੇ ਹੱਥ ਵਿੱਚ ਚੋਰੀ ਦਾ ਮਾਲ ਥੈਲਾ ਭਰਿਆ ਹੋਇਆ ਸੋਨੇ ਦਾ ਚਾਂਦੀ ਦਾ। ਭੱਜਿਆ ਜਾ ਰਿਹਾ ਤੇ ਭੱਜਦਾ ਭੱਜਦਾ ਕਾਫੀ ਫਰਕ ਪੈ ਗਿਆ ਬਾਹਰ ਤੋਂ ਚੋਰ ਦਾ। ਉੱਥੇ ਆ ਕੇ ਖੜ ਗਿਆ, ਸਾਹ ਲੈਣ ਲੱਗਿਆ, ਭਾਈ ਸਾਹਿਬ ਕਿਵੇਂ ਆ, ਕੌਣ ਮਰ ਗਿਆ? ਕਹਿੰਦੇ ਨਹੀਂ ਮਰਿਆ ਤਾਂ ਕੋਈ ਨਹੀਂ। ਫਿਰ ਆ ਚਿਖਾ ਕਿਵੇਂ ਮੱਚੀ ਜਾਂਦੀ ਹੈ, ਤੂੰ ਕੱਲਾ ਖੜਾ? ਕਹਿੰਦਾ ਯਾਰ ਮੈਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀਗਾ ਬਈ ਤੂੰ ਜੰਗਲ ਵਿੱਚ ਚਿਖਾ ਬਣਾ ਕੇ ਸੜ ਜਾ, ਤੇਰਾ ਭਲਾ ਹੋ ਜਾਊਗਾ, ਪਰ ਮੈਂ ਮੱਚ ਨਹੀਂ ਸਕਦਾ ਯਾਰ। ਕਹਿੰਦੇ ਯਾਰ ਇਹ ਬਚਨ ਤੂੰ ਮੈਨੂੰ ਦੇ, ਤੂੰ ਆ ਫੜ ਝੋਲਾ। ਕਹੋ ਸਤਨਾਮ। ਝੋਲੇ 'ਚ ਕੀ ਆ? ਕਹਿੰਦੇ ਝੋਲੇ ਸੋਨਾ ਚਾਂਦੀ ਆ, ਸਮਾਨ ਆ, ਇਹ ਤੂੰ ਲੈ ਲਾ, ਤੇ ਇਹ ਬਚਨ ਮੈਨੂੰ ਦੇ, ਮੈਂ ਸੜਦਾ। ਉਹਨਾਂ ਨੇ ਕੁੱਟ ਕੇ ਵੀ ਮਾਰ ਹੀ ਦੇਣਾ, ਮਗਰ ਪਹੁੰਚ ਜਾਣਗੇ ਰਾਜੇ ਦੇ ਬੰਦੇ। ਉਦੋਂ ਪਹਿਲਾਂ ਤਾਂ ਮੈਂ ਮਾਰੀ ਜਾਵਾਂ, ਨਾਲੇ ਗੁਰੂ ਦੇ ਬਚਨਾਂ ਤੇ ਮਰ ਜਾਵਾਂ ਤਾਂ ਸ਼ਾਇਦ ਭਲਾ ਹੀ ਹੋ ਜੇ। ਉਹਨੇ ਫੜਾ ਕੇ ਝੋਲਾ ਚਿਖਾ ਵੀ ਛਾਲ ਮਾਰੀ, ਉਹ ਤਾਂ ਸੜਕੇ ਸੁਆਹ ਹੋ ਗਿਆ, ਉਹ ਤਾਂ ਹੋ ਗਈ ਮੁਕਤੀ, ਗੁਰੂ ਬਚਨਾਂ ਤੇ ਮਰ ਗਿਆ। ਪਰ ਇੰਨੇ ਵਾਰ ਪਹੁੰਚ ਗਈ ਤੇ ਇਹਨੂੰ ਫੜ ਲਿਆ ਸਮੇਤ ਸਮਾਨ ਦੇ। ਕਹੋ ਸਤਨਾਮ। ਕਹਿੰਦੇ ਆ ਗਿਆ ਚੋਰ। ਕਹਿੰਦਾ ਮੈਂ ਚੋਰ ਨਹੀਂ ਹੈਗਾ। ਕਹਿੰਦੇ ਤੂੰ ਚੋਰ ਹੀ ਆ। ਭਾਵ ਜਦੋਂ ਗੁਰੂ ਸਾਹਿਬ ਨੇ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਹੈ ਨਾ, ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਕਿਸੇ ਹੋਰ ਢੰਗ ਦੇ ਨਾਲ ਸਜ਼ਾ ਦੇ ਦਿੰਦਾ। ਕਹੋ ਸਤਨਾਮ। ਸਜ਼ਾ ਕਿਸੇ ਹੋਰ ਕਾਰਨ ਦੀ ਹੁੰਦੀ ਹੈ, ਢੰਗ ਕੋਈ ਹੋਰ ਵਰਤ ਲੈਂਦਾ, ਸਜ਼ਾ ਦੇ ਹੀ ਦਿੰਦਾ। ਤੇ ਇਹਨੂੰ ਫੜ ਲਿਆ ਬਾਹਰ ਨੇ ਆ ਕੇ ਰਾਜੇ ਦੇ ਬੰਦਿਆਂ ਨੇ, ਤੇ ਫੜ ਕੇ ਇਸ ਨੂੰ ਲੈ ਗਏ। ਰਾਜਾ ਸਾਹਿਬ ਇਹ ਚੋਰ ਫੜ ਲਿਆ, ਦੇਖੋ ਇਹਦੇ ਕੋਲ ਮਾਲ ਵੀ ਬਰਾਮਦ ਹੋਇਆ ਹੈ। ਉਹ ਕਹੇ ਮੈਂ ਚੋਰ ਨਹੀਂ ਹੈਗਾ, ਇਹ ਤਾਂ ਮੈਨੂੰ ਕੋਈ ਚੋਰ ਫੜਾ ਗਿਆ। ਕਹਿੰਦੇ ਤੂੰ ਚੋਰ ਹੈ, ਸਾਡਾ ਤਾਂ ਤੇਰੇ ਕੋਲ ਸਮਾਨ ਬਰਾਮਦ ਹੋਇਆ ਹੈ। ਤੇ ਰਾਜਾ ਕਹਿੰਦਾ ਇਹਨੂੰ ਚੌਂਟੇ ਵਿੱਚ ਫਾਂਸੀ ਦੇ ਦਿਓ। ਕਹੋ ਸਤਨਾਮ। ਇਸ ਕਰਕੇ ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਆ, ਬਹੁਤ ਸਿਰੇ ਦੀ ਗੱਲ ਹੈ। ਪਾਤਸ਼ਾਹ ਜੀ ਕਹਿੰਦੇ ਇਸ ਕੋ ਹਮ ਬਿਰਤਾਵਨ ਕਰੈ, ਨਹੀਂ ਗਾਲ ਬੇਕੀਚ ਤਰੈ। ਅਸੀਂ ਧਰਮ ਨੂੰ ਗਾਲਣਾ ਨਹੀਂ ਹੈਗਾ ਮਾਤਾ, ਅਸੀਂ ਧਰਮ ਨੂੰ ਪੰਥ ਨੂੰ ਵਧਾਉਣਾ ਹੈ। ਪੂਜਾ ਕੋ ਲੇਕਰ ਜਬ ਖੈ, ਤਿਸਤੇ ਪੰਥ ਘਾਤ ਬਲਵੈ।
ਜਦੋਂ ਮੇਰਾ ਇਹ ਪੰਥ ਪੂਜਾ ਦਾ ਧਾਨ ਖਾਣ ਲੱਗ ਪਿਆ, ਇਹਦੀ ਤਾਕਤ ਘਟ ਜਾਣੀ ਹੈ। ਸ਼ਾਇਦ ਐਸਾ ਹੀ ਕਾਰਨ ਬਣਦਾ ਜਾ ਰਿਹਾ ਹੈ। ਸੁਨੋ ਮਾਤੇ ਪੂਜਾਂਸ ਜ਼ਹਿਰ ਅਹੇ ਬਦ ਬੁੱਧੇ ਭਰੰਸ। ਤੋ ਮਾਤਾ ਜੀ ਇਹ ਜ਼ਹਿਰ ਹੈ ਪੂਜਾ ਦਾ ਜਿਹੜਾ ਚੜਾਵਾ ਹੈ, ਜਿਹੜਾ ਵੀ ਇਹਨੂੰ ਖਾਵੇਗਾ ਉਹਦੀ ਜਿਹੜੀ ਹੈ ਬਲ ਉਹ ਵੀ ਘਟ ਜਾਵੇਗਾ, ਮੱਤ ਵੀ ਮਾਰੀ ਜਾਵੇਗੀ, ਬੰਸ ਵੀ ਖਤਮ ਹੋ ਜਾਵੇਗੀ। ਕੋ ਸਤਨਾਮ। ਬੰਸ ਵੀ ਖਤਮ ਹੋ ਜਾਵੇਗੀ। ਇਹ ਚੜਾਵਾ ਆਪਣੇ ਘਰੇ ਲੈ ਕੇ ਜਾਵੇਗਾ। ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਇੱਕ ਸਿੱਖ ਆ, ਹਰਮੰਦਰ ਸਾਹਿਬ ਦੇ ਪੌੜ ਬਣ ਰਹੇ ਆ, ਬੜਾ ਚੂਨਾ ਤਿਆਰ ਕੀਤਾ ਜਾਂਦਾ, ਰੋਜ਼ ਪੌੜਾਂ ਨੂੰ ਲੱਗਦਾ ਹੈਗਾ। ਅੱਜ ਕੱਲ੍ਹ ਤਾਂ ਸੀਮੈਂਟ ਦੇ ਗੱਟਿਆਂ ਦੇ ਗੱਟੇ ਆ ਜਾਂਦੇ ਆ, ਉਦੋਂ ਚੂਨਾ ਸਿੱਖ ਹੱਥੀਂ ਰਗੜ ਕੇ ਤਿਆਰ ਕਰਦੇ ਸੀਗੇ। ਤੇ ਇੱਕ ਬੀਬੀ ਸਿੱਖ ਦੇ ਘਰ ਵਾਲੀ ਕਹਿੰਦੀ ਸ਼ਾਮ ਨੂੰ, ਅੱਜ ਹੀ ਗੱਲ ਸੁਣਿਓ, ਹਾਂ ਕੱਲ ਨੂੰ ਬਾਟੀ ਇੱਕ ਚੂਨੇ ਦੀ ਲਿਆ ਦਿਓ। ਉਹ ਸਿੱਖ ਬੈਠ ਕੇ ਰੋਣ ਲੱਗ ਪਏ ਉੱਚੀ ਉੱਚੀ, ਕਹਿੰਦੀ ਮੈਂ ਤੈਨੂੰ ਕੀ ਕਹਿਤਾ, ਇੰਨਾ ਕੁ ਚੂਨਾ ਹੀ ਮੰਗਾਇਆ। ਉਹ ਆਪਣੇ ਚੂਹਿਆਂ ਦੀ ਖੱਡਾਂ ਉਹ 'ਚ ਲਾਉਣਾ ਸੀ ਮਾੜਾ ਜਿਹਾ। ਉਹ ਕਹਿੰਦਾ ਤੇਰੀ ਮੱਤ ਮਾਰੀ ਗਈ ਹੈ, ਇਹ ਤੂੰ ਗੁਰੂ ਦੇ ਚੜਾਵੇ ਦਾ ਸਮਾਨ ਘਰੇ ਮੰਗਵਾਈ ਜਾਨੀ ਆ। ਕੋਈ ਸਤਨਾਮ। ਪਰ ਅੱਜ ਅਸੀਂ ਕਿੱਥੇ ਪਹੁੰਚੇ ਹੋਏ ਆ ਤੇ ਉਦੋਂ ਕਿੱਥੇ ਸੀ। ਕੋਈ ਸਤਨਾਮ। ਉਹ ਰੋਣ ਲੱਗ ਪਿਆ, ਕਹਿੰਦਾ ਤੇਰੀ ਮੱਤ ਮਾਰੀ ਗਈ ਹੈ, ਤੂੰ ਕੀ ਖਾ ਲਿਆ ਇਹੋ ਜਿਹਾ, ਤੂੰ ਗੁਰੂ ਦਾ ਚੜਾਵਾ ਘਰੇ ਲਿਆਉਣ ਦੀ ਗੱਲ ਕੀਤੀ ਆ। ਕਹਿੰਦੀ ਬਾਬਾ ਚੁੱਪ ਕਰ ਜਾ, ਮੈਂ ਨਹੀਂ ਇਦੋਂ ਮੁੜ ਕੇ ਕਹਿੰਦਾ ਇਦੋਂ ਮੁੜ ਕੇ ਸੋਚੀ ਵੀ ਨਾ ਕਿ ਮੈਂ ਤੈਨੂੰ ਉੱਥੋਂ ਕੋਈ ਪੰਜੀ ਵੀ ਲਿਆ ਕੇ ਘਰੇ ਦੇਵਾਂਗਾ। ਕੋਈ ਸਤਨਾਮ। ਇਹ ਚੜਾਵਾ ਹੈ। ਪਾਤਸ਼ਾਹ ਕਹਿੰਦੇ ਮਾਤਾ ਜੀ ਇਹ ਜ਼ਹਿਰ ਹੈ, ਇਹ ਸਾਡੀ ਬੁੱਧੀ ਵੀ ਖਰਾਬ ਕਰਦਾ ਹੈ, ਮੱਤ ਵੀ ਮਾਰਦਾ ਹੈ, ਬਲ ਵੀ ਘਟਾਉਂਦਾ ਹੈ, ਬੰਸਾਂ ਵੀ ਖਤਮ ਹੋ ਜਾਂਦੀਆਂ, ਅੱਗੋਂ ਕੁੱਲ ਰੁਕ ਜਾਂਦੀ ਹੈ। ਰਣਹਿਤ ਪੰਥ ਕਰੋ ਮੈਂ ਕੀਨਾ, ਸੁਧਤ ਨਗਰੀ ਨੀਕੋ ਚੀਨਾ। ਇਹ ਮੇਰਾ ਜਿਹੜਾ ਪੰਥ ਹੈ ਨਾ, ਭੁੱਖਾ ਨੰਗਾ ਹੀ ਜਿੱਤਾਂ ਨੂੰ ਪ੍ਰਾਪਤ ਕਰਦਾ ਜਾਵੇਗਾ। ਸ਼ੁਰੂਆਤ ਸੁਣ ਲਓ ਬਾਬੇ ਨਾਨਕ ਵੇਲੇ, ਜਦੋਂ ਮਰਦਾਨਾ ਰਬਾਬ ਲੈ ਕੇ ਆਇਆ ਨਾ, ਬਾਬਾ ਜੀ ਕਹਿੰਦੇ ਵਜਾ। ਮਰਦਾਨੇ ਨੇ ਰਬਾਬ ਵਜਾਈ, ਵਿੱਚੋਂ ਆਵਾਜ਼ ਨਿਕਲੀ ਧੰਨ ਗੁਰੂ ਨਾਨਕ, ਧੰਨ ਨਾਨਕ, ਇੱਕ ਤੂੰ ਹੀ ਕਰਤਾਰ। ਬਾਬੇ ਦੀ ਸਮਾਧੀ ਲੱਗ ਗਈ, 3 ਦਿਨ ਸਮਾਧੀ ਨਾ ਖੁੱਲੀ। ਹੁਣ ਮਰਦਾਨਾ ਨਾ ਘਰੇ ਜਾਣ ਜੋਗਾ, ਨਾ ਛੱਡ ਕੇ ਜਾਣ ਜੋਗਾ, ਨਾ ਬੈਠਣ ਜੋਗਾ। ਹੁਣ ਮਰਦਾਨੇ ਨੂੰ ਭੁੱਖ ਲੱਗੇ ਤੇ ਬਾਬਾ ਜੀ ਨੇ ਤੀਜੇ ਦਿਨ ਸਮਾਧੀ ਖੋਲੀ ਤੇ ਮਰਦਾਨੇ ਦਾ ਮੂੰਹ ਮੁਰਝਾਇਆ ਹੋਇਆ। ਪਾਤਸ਼ਾਹ ਕਹਿੰਦੇ ਕਿਵੇਂ ਮਰਦਾਨੇ ਆ? ਕਹਿੰਦੇ ਬਾਬਾ ਆਪਣੀ ਨਿਭਣੀ, ਤੂੰ ਤਾਂ ਭੁੱਖਾ ਕੱਟ ਲੈਣਾ, ਮੈਥੋਂ ਭੁੱਖ ਨਹੀਂ ਕੱਟੀ ਜਾਂਦੀ। ਮੈਂ ਤਾਂ ਉਹ ਆੜ ਤੋਂ ਪਾਣੀ ਪੀ ਟਾਈਮ ਟਪਾਇਆ। 3 ਦਿਨਾਂ ਦਾ ਮੈਂ ਵੇਖੀ ਜਾਣਾ ਵੀ ਕਦੋਂ ਧਿਆਨ ਖੋਲੇ ਤੇ ਕਦੋਂ ਮੈਂ ਉੱਠ ਕੇ ਜਾਵਾਂ ਘਰ ਨੂੰ। ਮੈਂ ਤਾਂ ਘਰੇ ਚੱਲਿਆ। ਬਾਬਾ ਜੀ ਕਹਿੰਦੇ ਮਰਦਾਨਿਆਂ ਜੇ ਨਿਭਾਉਣੀ ਹੈ ਤਾਂ ਐਂ ਨਿਭਾਉਣੀ ਪਊ, ਕਦੇ ਕੁਛ ਮਿਲ ਗਿਆ ਕਦੇ ਨਾ ਮਿਲ ਗਿਆ। ਕੋਈ ਸਤਨਾਮ। ਜੇ ਤੂੰ ਚੰਗਾ ਚੋਖਾ ਖਾਣਾ ਤੇ ਬਾਪੂ ਕੋਲੇ ਵਗ ਜਾ, ਫਿਰ ਤੂੰ ਤਲਵੰਡੀ ਜਾ। ਪਰ ਉਹਦਾ ਮਨ ਵੀ ਮੋਹਲਿਆ ਸੀਗਾ, ਜਾਣ ਨੂੰ ਜੀ ਵੀ ਨਾ ਕਰੇ। ਫਿਰ ਮਰਦਾਨਾ ਰੁਕ ਵੀ ਗਿਆ। ਤੇ ਫਿਰ ਇਤਿਹਾਸ ਪੜ੍ਹ ਲਓ ਬਾਬੇ ਨਾਨਕ ਦਾ, ਮਰਦਾਨੇ ਤੇ ਕਿੰਨੇ ਦੁੱਖ ਆਏ ਆ ਉਸ ਭੁੱਖ ਦੇ ਕਾਰਨ। ਪਰ ਉਸ ਭੁੱਖ ਦੇ ਦੁੱਖ ਦੇ ਕਾਰਨ, ਮਰਦਾਨੇ ਕਾਰਨ ਕਿੰਨੇ ਲੋਕਾਂ ਨੂੰ ਤਾਰਿਆ ਵੀ ਹੈ। ਮਰਦਾਨਾ ਜਾਂਦਾ ਭੁੱਖ ਦੇ ਕਾਰਨ, ਮਰਦਾਨਾ ਫਸ ਜਾਂਦਾ, ਬਾਬਾ ਛਡਾਉਣ ਜਾਂਦਾ ਤੇ ਉਹਦਾ ਉਧਾਰ ਵੀ ਕਰਕੇ ਆਉਂਦਾ। ਕੋਈ ਸਤਨਾਮ। ਖੈਰ ਬਾਬਾ ਜੀ ਕਹਿੰਦੇ ਬੇਬੇ ਘਬਰਾਣਾ, ਇਹ ਜਿਹੜਾ ਮੇਰਾ ਪੰਥ ਹੈ ਨਾ, ਜੰਗ ਦੇ ਮੈਦਾਨ ਵਿੱਚ ਇਹ ਭੁੱਖਾ ਨੰਗਾ ਵੀ ਦੁਸ਼ਮਣਾਂ ਦੇ ਛੱਕੇ ਛਡਾ ਦੂਗਾ। ਮੈਂ ਮੇਰੇ ਖਾਲਸੇ ਪੰਥ ਵਿੱਚ ਗੁਣ ਭਰਨੇ ਹਨ, ਮੈਂ ਇਹਨੂੰ ਨਰਕਾਂ ਨੂੰ ਨਹੀਂ ਭੇਜਣਾ। ਇਹ ਚੜਾਵੇ ਦਾ ਮਾਲ ਖਵਾ ਕੇ ਤੂੰ ਮੈਨੂੰ ਥੋੜਾ ਜ਼ਹਿਰ ਲਿਆ ਕੇ ਦੇ ਦੇ। ਕਹਿੰਦੀ ਨਾ ਪੁੱਤ ਮੈਂ ਕਿਵੇਂ ਦੇ ਦਿਆਂ, ਫਿਰ ਇਹ ਮੇਰੇ ਪੁੱਤ ਹੈ, ਮੈਂ ਤੇਰਾ ਪੁੱਤ ਹੈ, ਇਹ ਮੇਰੇ ਪੁੱਤ ਹੈ, ਮੈਂ ਆਪਣੇ ਪੁੱਤਰਾਂ ਨੂੰ ਜ਼ਹਿਰ ਨਹੀਂ ਦੇ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿੱਡੀ ਵੱਡੀ ਸੋਚ ਆ। ਕੋ ਸਤਨਾਮ। ਕਿੱਥੋਂ ਤੱਕ ਉਹਨਾਂ ਦੀ ਸੋਚ ਹੈ। ਸੁਖੀ ਵਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭ ਕਰਤਾਰਾ। ਤੇ ਆਪਣੇ 4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਹੈ, ਉਹਨਾਂ ਦੇ ਬਾਰੇ ਗੱਲ ਵੀ ਨਹੀਂ ਕਰਦੇ। ਟੱਪਣ ਲੱਗੇ ਚਮਕੌਰ ਦੀ ਗਲੀ ਨੂੰ ਛੱਡ ਕੇ, ਬਿਜਲੀ ਚਮਕੀ, ਦਇਆ ਸਿੰਘ ਜੀ ਨਾਲ ਆ। ਥੱਲੇ ਕੀ ਵੇਖਦੇ ਆ, ਸਾਹਿਬਜ਼ਾਦੇ ਵੱਡੇ ਪਏ ਨੇ। ਦਇਆ ਸਿੰਘ ਖੜ ਗਿਆ, ਕਮਰ ਕਸਾ ਖੋਲਿਆ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਪਾਉਣ ਲੱਗਿਆ। ਪਾਤਸ਼ਾਹ ਕਹਿੰਦੇ ਕੀ ਕਰਦਾ ਦਇਆ ਸਿੰਘ? ਕੀ ਕਰ ਸਕਦੇ ਆ ਮਹਾਰਾਜ, ਇੰਨੀਆਂ ਸੁੰਦਰ ਸੂਰਤਾਂ ਸ਼ਹੀਦ ਹੋ ਗਈਆਂ, ਇਹਨਾਂ ਨੂੰ ਤਾਂ ਬਚਾ ਲੈਂਦੇ। ਕਿਉਂ? ਆ ਵੀ ਸਾਰੇ ਮੇਰੇ ਪੁੱਤਰ ਹੀ ਹੈ, ਤੂੰ ਕਰਦਾ ਕੀ ਹੈ? ਕਹਿੰਦੇ ਜੇ ਕਫਨ ਤਾਂ ਪਾ ਜੀਏ ਜਾਂਦੇ ਜਾਂਦੇ, ਹੋਰ ਤਾਂ ਨਹੀਂ ਕੁਛ ਕਰ ਸਕਦੇ। ਕਹਿੰਦੇ ਜਾਂ ਤਾਂ ਸਾਰਿਆਂ ਨੂੰ ਢੱਕ ਦੇ, ਜਾਂ ਇਹਨਾਂ ਨੂੰ ਵੀ ਉਹਨਾਂ ਦੇ ਨਾਲ ਦਾ ਹੀ ਰਹਿਣ ਦੇ, ਇਹ ਅਲੱਗ ਨਾ ਕਰ। ਕਹੋ ਸਤਨਾਮ।
ਉਹ ਵੀ ਮੇਰੇ ਪੁੱਤਰ ਹੈ। ਜਿਹੜੇ ਮਾਵਾਂ ਨੇ ਪੁੱਤ ਆ ਕੇ ਮੇਰੇ ਮੋਢੇ ਨਾਲ ਮੋਢਾ ਲੋੜ ਕੇ ਲੜੇ ਨਾ, ਇਹ ਵੀ ਮੇਰੇ ਪੁੱਤਰ ਹਨ, ਬਰਾਬਰ ਰਹਿਣ ਦੇ। ਤਾਂ ਦਇਆ ਸਿੰਘ ਨੂੰ ਬਾਬਾ ਅਜੀਤ ਸਿੰਘ ਹੋਰਾਂ ਤੇ ਕੱਪੜਾ ਨਹੀਂ ਪਾਉਣ ਦਿੱਤਾ ਦਊਗਾ ਜੀ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਵਾਕਿਆ ਹੀ ਅਸੀਂ ਕੁਝ ਭੁੱਲਦੇ ਜਾ ਰਹੇ ਹਾਂ, ਤਾਈਓ ਸਾਡੇ 'ਚ ਕਮਜ਼ੋਰੀਆਂ ਆਉਂਦੀਆਂ ਜਾ ਰਹੀਆਂ। ਗੁਰੂ ਕਿਰਪਾ ਕਰਨ। ਤੇ ਮਹਾਵ ਸਿੱਖ ਪੁੱਤਰ ਨੇ ਕਿਸ ਭਾਂਤੀ ਬਿਕ ਪੂਜਾ ਦੇ ਕਰ ਹੈ ਘਾਤੀ। ਤੋ ਬੇਬੇ ਅਸੀਂ ਆਪਣੇ ਸਿੱਖ ਪੁੱਤਰਾਂ ਨੂੰ ਜ਼ਹਿਰ ਦੇ ਕੇ ਮਾਰ ਨਹੀਂ ਸਕਦੇ। ਪਾਲਿਓ ਚਾਹੋ ਕਰੋ ਬਡੇਰਾ, ਭੋਗੇ ਸੁਖੇ ਤਉ ਦੇ ਕਨੇਰਾ। ਮੈਂ ਚਾਹੁੰਦਾ ਮੇਰਾ ਖਾਲਸਾ ਪੁੱਤਰ ਵੱਡਾ ਹੋਵੇ, ਤਕੜਾ ਹੋਵੇ। ਕੁੰਡਲੀਆ ਸ਼ਮਸ਼ੀਰ ਖਾਲਸਾ ਹਜੇ ਨਹੀਂ ਮਰਿਆ। ਜਦੋਂ ਤੁਰਕਾਂ ਨੂੰ ਜਾਂ ਹੋਰ ਜ਼ੁਲਮ ਕਰਨ ਵਾਲਿਆਂ ਨੂੰ ਗੁਰੂ ਪਿਆਰਿਓ ਇਹ ਕਵਿਤਾ ਬਣਾ ਕੇ ਸੁਣਾਈ ਆ, ਤੇ ਇਹ ਗੱਲ ਗੁਰੂ ਸਾਹਿਬ ਦੇ ਬਚਨ ਹਨ। ਕੀ ਹੋਇਆ ਜੀ? 4 ਪੁੱਤਰ ਮੇਰੇ ਸ਼ਹੀਦ ਕਰ ਲਏ। ਜ਼ਫਰਨਾਮੇ 'ਚ ਕਹਿੰਦੇ ਆ ਮੇਰਾ ਹਜੇ ਖਾਲਸਾ ਪੁੱਤਰ ਨਹੀਂ ਮਰਿਆ ਤੇ ਨਾ ਹੀ ਮਰੇ। ਉਹ ਤਾਂ ਇੱਥੋਂ ਵਜੀਦਿਆ ਗਿਣ ਗਿਣ ਕੇ ਬਦਲੇ ਲਵੇਗਾ। ਕਹੋ ਸਤਨਾਮ। ਫਿਰ ਬੰਦਾ ਸਿੰਘ ਬਹਾਦਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਫਿਰ ਉਹਨਾਂ ਵਜੀਦੇ ਵਰਗਿਆਂ ਨੂੰ ਹਾਥੀਆਂ ਘੋੜਿਆਂ ਦੇ ਮਗਰ ਬੰਨ ਕੇ ਘੜੀਸਿਆ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਿਹੜਾ ਉਹਨਾਂ ਨੇ ਜ਼ੁਲਮ ਕੀਤਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਕਹਿੰਦੇ ਮੈਂ ਚਾਹੁੰਦਾ ਕਿ ਮੇਰਾ ਪੁੱਤਰ ਚੜ੍ਹਦੀ ਕਲਾ ਦੇ ਨਾਲ ਤਿਆਰ ਪਰ ਤਿਆਰ ਹੋਵੇ। ਸਤਿਗੁਰੂ ਧਰਮੈ ਜੋ ਤਨ ਰਾਖਾ, ਸੁਧ ਕਰਨ ਕੀ ਤੈ ਬਿਲਾਖਾ। ਤੇ ਜਿਹੜਾ ਮੈਂ ਧਨ ਸਤਲੁਜ ਦਰਿਆ ਵਿੱਚ ਰੱਖਿਆ, ਮੈਂ ਉਸ ਜ਼ਹਿਰ ਦੇ ਧਨ ਨੂੰ ਸ਼ੁੱਧ ਕਰਦਾ ਹਾਂ। ਜਿਵੇਂ ਬਿਕ ਕੋ ਮਾਰਨ ਕਰ ਲਈ, ਪੁਨ ਖਾਈ ਰੋਗਨ ਹੱਥ ਦੇ। ਜਿਵੇਂ ਜ਼ਹਿਰ, ਸੰਖੀਆ ਜ਼ਹਿਰ ਲੈ ਲਓ, ਜੇ ਉਹਨੂੰ ਸਿੱਧਾ ਖਾ ਜਾਈਏ, ਪਾਰਾ ਸਿੱਧਾ ਖਾ ਜਾਈਏ, ਗੋਡੇ ਦੁਖਣ ਲਾ ਦੂਗਾ, ਜ਼ਹਿਰ ਮਾਰ ਦੂਗਾ। ਪਰ ਵੈਦ ਲੋਕ ਉਹਨੂੰ ਮਾਰ ਕੇ ਤੇ ਫੇਰ ਖਾਂਦੇ ਆ, ਉਹੀ ਗੋਡਿਆਂ ਦਰਦ ਹਟਾਉਂਦੇ ਵੀ ਆ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਇਹ ਜ਼ਹਿਰ ਮੈਂ ਜਿਹੜਾ ਦਰਿਆ ਵਿੱਚ ਸਿੱਟਿਆ ਨਾ, ਮੈਂ ਉਹਨੂੰ ਮਾਰ ਕੇ ਸੈੱਟ ਕਰੂੰਗਾ, ਫੇਰ ਮੈਂ ਖਵਾਉਂਗਾ। ਪੂਜਾ ਕੋ ਧਨ ਸੁਧ ਹੋਏ, ਸਿੱਖ ਪੁੱਤਰ ਲੈ ਦੈ ਸੋਏ। ਸਮਾਂ ਆਵੇਗਾ ਇਹ ਧਨ ਮੇਰੇ ਸਿੱਖਾਂ ਦੇ ਪੁੱਤਰਾਂ ਪੋਤਰਿਆਂ ਨੂੰ ਦੇਵਾਂਗਾ। ਜਦੋਂ ਸਮਾਂ ਆਵੇਗਾ, ਜਿਸ ਵੇਲੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੰਗਾ ਦੇ ਵਿੱਚ ਕੰਗਣ ਸਿੱਟਿਆ ਨਾ, ਲਾ ਕੇ ਸੋਨੇ ਦਾ ਕੜਾ, ਘਰੇ ਗਏ ਤੇ ਮਾਤਾ ਕਹਿੰਦੀ ਕੜਾ ਕਿ ਦੂਜਾ? ਬੱਚੇ ਕਹਿੰਦੇ ਇਹ ਤਾਂ ਦਰਿਆ ਵਿੱਚ ਸਿੱਟਿਆ ਏ। ਕਹਿੰਦੇ ਪੁੱਤ ਐਡੇ ਮਹਿੰਗੇ ਸੀ, ਕਿਉਂ ਸਿੱਟਿਆ? ਚੱਲ ਦੱਸ ਕਿੱਥੇ ਸਿੱਟਿਆ। ਨਾਲ ਆ ਗਏ ਮਾਤਾ ਬੱਚਿਆਂ ਦੇ, ਦਰਿਆ ਦੇ ਕਿਨਾਰੇ, ਗੰਗਾ ਦੇ ਕਿਨਾਰੇ, ਪਟਨਾ ਸਾਹਿਬ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ। ਕਿੱਥੇ ਸਿੱਟਿਆ ਸੀਗਾ? ਦੂਜਾ ਲਾਇਆ ਬੋਝ ਕੇ, ਕਹਿੰਦੇ ਹੋ ਉੱਥੇ ਸਿੱਟਿਆ ਸੀ। ਕਹਿੰਦੀ ਆ ਕੀ? ਦੂਜਾ ਵੀ ਸਿੱਟਤਾ। ਬੜੇ ਲਵਾਏ ਨਹੀਂ ਲੱਭੇ। ਇਹ ਕੀ ਕੀਤਾ ਲਾਲ ਤੂੰ? ਦੋਨੇ ਕੜੇ ਸਿੱਟਤੇ। ਕਹਿੰਦੇ ਮਾਤਾ ਜੀ ਮੈਂ ਗੰਗਾ ਦਾ ਪਾਣੀ ਮੇਰੇ ਸਿੱਖਾਂ ਨੂੰ ਮੁੱਲ ਲੈ ਕੇ ਦੇਤਾ, ਹੁਣ ਜਿੱਥੇ ਮੇਰਾ ਸਿੱਖ ਜਾਊਗਾ ਪਾਣੀ ਮਗਰ ਜਾਊਗਾ ਉਹਦੇ। ਹਿਸਾਬ ਲਾ ਲਓ, ਬਾਗੜ ਦੇ ਵਿੱਚ ਵੀ ਸਿੱਖਾਂ ਨੇ ਜਾ ਕਰਕੇ ਜ਼ਮੀਨ ਪੱਧਰੀ ਕਰਕੇ ਆਪਣਾ ਵਾਹਣ ਯੋਗ ਤੇ ਉਪਜਣ ਯੋਗ ਬਣਾ ਦਿੱਤੀ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ। ਕਹੋ ਸਤਨਾਮ। ਬਾਗੜ ਦੇ ਵਿੱਚ ਜਿੱਥੇ ਝਾੜ ਬੂਟ ਸੀਗੇ, ਉੱਥੇ ਜਾ ਕੇ ਪੰਜਾਬ ਦੇ ਲੋਕਾਂ ਨੇ ਪੈਲੀਆਂ ਲਈਆਂ। ਇਹ ਗੁਰੂ ਸਾਹਿਬ ਦੇ ਸਿੱਖ ਹੀ ਆ ਸੀ, ਜੇ ਅੰਮ੍ਰਿਤ ਛਕਿਆ ਜੇ ਨਹੀਂ ਛਕਿਆ, ਪਰ ਹਾਂ ਤਾਂ ਉਹਦੇ ਪੁੱਤਰ ਪੋਤਰੀ। ਕਹੋ ਸਤਨਾਮ। ਤੇ ਇਸ ਕਰਕੇ ਪਾਤਸ਼ਾਹ ਕਹਿੰਦੇ ਮੈਂ ਸਿੱਖਾਂ ਨੂੰ ਪਾਣੀ ਮੁੱਲ ਲੈ ਦਿੱਤਾ ਗੰਗਾ ਦਾ, ਹੁਣ ਜਿੱਥੇ ਮੇਰਾ ਸਿੱਖ ਜਾਊਗਾ ਪਾਣੀ ਮਗਰ ਜਾਊਗਾ। ਕੋਈ ਨਹੀਂ, ਸਮਾਂ ਆਵੇਗਾ ਜਦੋਂ ਨਿਹੰਗ ਸਿੰਘ ਕਹਿੰਦੇ ਹੁੰਦੇ ਆ ਬਈ ਜਦੋਂ 96 ਕਰੋੜ ਖਾਲਸਾ ਸਜ ਗਿਆ, ਉਦੋਂ ਇਹ ਜਿਹੜਾ ਨੱਪਿਆ ਹੋਇਆ ਧਨ ਹੈ ਨਾ, ਇਹ 2.5 ਦਿਨਾਂ ਦਾ ਲੰਗਰ ਚੱਲਣਾ ਇਹਦੇ ਨਾਲ, ਤੇ ਫਿਰ ਹੋਰ ਵੀ ਬਹੁਤ ਆਉਣਾ ਹੈ। ਕਹੋ ਸਤਨਾਮ। ਮਾਇਆ ਕੱਤਰ ਕਰਕੇ ਦੇਹੇਂਗੇ ਲੰਗਰ ਲਾਏ, ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਇਆ। ਕਰੋਨਾ ਵਿੱਚ ਵੀ ਉਹ ਮਾਇਆ ਵਰਤੀ ਆ। ਸ਼ਾਇਦ ਇਹ ਖਾਲਸੇ ਦੇ ਕੋਲ ਉਹੀ ਮਾਇਆ ਘੁੰਮ ਕੇ ਆ ਰਹੀ ਹੈ ਜਿਹੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। 20 ਰੁਪਈਆਂ ਦਾ ਲੰਗਰ ਚਲਾਇਆ ਜਾਂ 10ਵੇਂ ਪਾਤਸ਼ਾਹ ਨੇ ਗੁਪਤ ਕੀਤੀ ਆ। ਤੇ ਆ ਕਰੋਨਾ ਦੇ ਵੇਲੇ ਕਿੰਨੀ ਮਾਇਆ ਵਰਤਾਈ ਗਈ। ਤੇ ਸਰਕਾਰਾਂ ਪੁੱਛਦੀਆਂ ਇਹਨਾਂ ਨੂੰ ਮਾਇਆ ਮਿਲਦੀ ਕਿੱਥੋਂ ਹੈ, ਕਿਹੜਾ ਦੇਸ਼ ਭੇਜਦਾ? ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਦੀ ਕਲਾ ਵਰਤ ਰਹੀ ਹੈ। ਇਹ ਮਾਇਆ ਪਤਾ ਨਹੀਂ ਕਿੱਥੋਂ ਆ ਰਹੀ ਹੈ। ਖਿਆਲ ਸੀ ਉਹਨਾਂ ਦਾ ਵੀ ਸ਼ਾਇਦ ਇਹਨਾਂ ਦੇ ਕੋਲ 2 ਨੰਬਰ ਦਾ ਪੈਸਾ ਆ ਰਿਹਾ, ਪਰ ਨਹੀਂ, ਇਹ ਉਹ ਕਲਾ ਵਰਤ ਰਹੀ ਹੈ ਜਿਹੜੀ ਗੁਰੂ ਸਾਹਿਬਾਂ ਨੇ ਪਹਿਲਾਂ ਬਚਨ ਕੀਤੇ ਆ। ਇੱਕ ਸਿੱਖ ਹਮਰੋ ਸ਼ੁਭ ਹੋਏ, ਪਟੇ ਤਾਹੇ ਤਨ ਲੈ ਸੋਏ। ਤੋ ਇੱਕ ਦਿਨ ਆਵੇਗਾ ਮੇਰਾ ਸਿੱਖ ਬੜਾ ਸ਼ੁਭ ਹੋਵੇਗਾ, ਉਸ ਨੂੰ ਇਹ ਸਾਰਾ ਧਨ ਦੇ ਕੇ ਭੇਜਾਂਗੇ। ਨਾਮ ਦਲੀਪ ਸਿੰਘ ਬਲ ਭਾਰੋ, ਤਪ ਤਾਪੇ ਪਨ ਹੋਏ ਸੁਖਾਰੋ। ਆਉਣ ਵਾਲੇ ਸਮੇਂ ਦੀ ਗੱਲ ਕਰਦੇ ਆ ਪਾਤਸ਼ਾਹ, ਉਹਦਾ ਨਾਮ ਦਲੀਪ ਸਿੰਘ ਹੋਵੇਗਾ। ਉਹ ਬਹੁਤ ਤਪੱਸਿਆ ਕਰੇਗਾ। ਦੋਹਰਾ
ਪਛਮ ਤੇ ਉਠ ਖਾਲਸਾ ਚਮਕੇ ਪੂਰਬ ਪੰਥ। ਹਾਂ, ਆਉਣ ਵਾਲੇ ਸਮੇਂ ਦੀ ਇਹ ਗੁਰੂ ਪਿਆਰਿਓ ਗੱਲ ਹੈ। ਕਹਿੰਦੇ ਪੰਛਮ ਵਾਲੇ ਪਾਸਿਓਂ ਖਾਲਸਾ ਚੱਲੇਗਾ। ਜਿਹਨੂੰ ਨੇਕ ਕਲੰਕ ਦਾ ਆਉਣਾ ਕਹਿੰਦੇ ਆ, ਉਸ ਦੀ ਗੱਲ ਕਰਦੇ ਆ ਪਾਤਸ਼ਾਹ। ਕਹਿੰਦੇ ਇੱਕ ਸਿੱਖ ਹੋਵੇਗਾ ਮੇਰਾ ਦਲੀਪ ਸਿੰਘ। ਕਹਿੰਦੇ ਫਿਰ ਪੱਛਮ ਵਾਲੇ ਪਾਸਿਓਂ ਖਾਲਸਾ ਚਮਕੇਗਾ ਔਰ ਚੜ੍ਹਦੇ ਵੱਲ ਨੂੰ ਜਾਵੇਗਾ। ਤੇ ਪੱਛਮ ਵਾਲਾ ਪਾਸਾ ਹੈ ਮੱਕੇ ਵਾਲੇ ਪਾਸੇ ਕੋ ਸਤਨਾਮ। ਭਾਵ ਇਧਰੋਂ ਹੀ ਖਾਲਸਾ ਪੈਦਾ ਹੋਣਾ ਤੇ ਫਿਰ ਚੜ੍ਹਦੇ ਵੱਲ ਨੂੰ ਕਹਿੰਦੇ ਉਹ ਤਰੱਕੀਆਂ ਕਰਦਾ ਜਾਵੇਗਾ। ਔਰ ਜਿਹੜੇ ਦੁਸ਼ਟ ਹਨ, ਇਹ ਪਹਾੜੀਏ ਹਨ, ਜਿਹੜੇ ਸਾਡੇ ਐਂਟੀ ਹੋ ਕੇ ਅੱਜ ਲੜਾਈ ਕਰਨ ਨੂੰ ਬੈਠੇ ਆ, ਇਹ ਸਭ ਲੁਕ ਜਾਣਗੇ, ਛਿਪ ਜਾਣਗੇ, ਖਤਮ ਹੋ ਜਾਣਗੇ। ਖਾਲਸਾ ਮਿਲੇ ਮੇਲ ਕਰ ਖਾਲਸਾ ਟੁੱਟੇ ਦਿਵਸ। ਹਾਂ, ਜਿਹੜਾ ਵੀ ਖਾਲਸੇ ਨਾਲ ਮੇਲ ਕਰ ਲਵੇਗਾ ਉਹਨੂੰ ਖਾਲਸਾ ਮਿਲਾ ਲਵੇਗਾ। ਜਿਹੜਾ ਖਾਲਸੇ ਨਾਲ ਟੁੱਟ ਜਾਵੇਗਾ ਉਹ ਸਮਝੋ ਖਤਮ ਹੋ ਜਾਵੇਗਾ। ਇਹ ਆਉਣ ਵਾਲੇ ਸਮੇਂ ਦੀਆਂ ਵਿਚਾਰਾਂ ਪਾਤਸ਼ਾਹ ਨੇ ਦਿੱਤੀਆਂ। ਇਸ ਤਰ੍ਹਾਂ ਜਿਹੜੇ ਹਿੰਦੀ ਮੌਲਵੀ ਗੋਰੇ ਸੁੰਨੀ ਵੰਸ਼ ਵਾਲੇ ਬਲੇ ਹੋਏਗਾ ਖਾਲਸਾ ਤੁਰਕ ਤੋੜੇਗਾ ਮੌਨ। ਇਹਨਾਂ ਤੋਂ ਵੀ ਤਕੜੀ ਹੋਵੇਗਾ ਮੇਰਾ ਖਾਲਸਾ। ਆਹੀ ਜਿਹੜਾ ਗੁਰੂ ਪਿਆਰੇ ਅਫਗਾਨਿਸਤਾਨ ਹੈ, ਕਿਸੇ ਵੇਲੇ ਸਿੰਘਾਂ ਨੇ ਜਿੱਤਿਆ ਸੀਗਾ ਤੇ ਅੰਗਰੇਜ਼ ਛੱਡ ਕੇ ਹੁਣ ਚਲੇ ਗਏ ਉਸ ਅਫਗਾਨਿਸਤਾਨ ਨੂੰ। ਤੇ ਕੋਈ ਸਮਾਂ ਆਵੇਗਾ ਇਹ ਛਿਪਦੇ ਵਾਲੇ ਪਾਸੇ ਪੱਛਮ ਵਾਲੇ ਪਾਸੇ ਹੀ ਆ ਤੇ ਇਧਰੋਂ ਹੀ ਪਾਤਸ਼ਾਹ ਕਹਿੰਦੇ ਮੇਰਾ ਖਾਲਸਾ ਆਵੇਗਾ, ਤੁਰਕ ਤੋੜੇਗਾ ਮੌਨ। ਇਹਨਾਂ ਤੁਰਕਾਂ ਨੂੰ ਖਤਮ ਕਰੇਗਾ। ਕਿਹੜੇ ਤੁਰਕਾਂ ਨੂੰ? ਇਹ ਨਾ ਸੋਚੋ ਕਿ ਮੁਸਲਮਾਨ ਖਤਮ ਕਰਨੇ ਆ। ਮੁਸਲਮਾਨ ਤਾਂ ਬੜੇ ਮਿੱਤਰ ਹੈ ਮੇਰੇ ਪ੍ਰੀਤਮ ਦੇ, ਇਹ ਜ਼ੁਲਮ ਕਰਨ ਵਾਲਿਆਂ ਦੀ ਗੱਲ ਕਰਦੇ ਆ। ਕੋ ਸਤਨਾਮ। ਕਿੰਨੇ ਮਿੱਤਰ ਮੇਰੇ ਪ੍ਰੀਤਮ ਦੇ ਮੁਸਲਮਾਨਾਂ ਵਿੱਚ? ਗਣੀ ਖਾਨ, ਨਬੀ ਖਾਨ, ਭਾਈ ਮਰਦਾਨਾ, ਸਾਲਸਰਾਏ ਜੌਹਰੀ, ਕਿਤਨੇ ਲੋਕ ਹਨ ਗੁਰੂ ਪਿਆਰਿਓ, ਰਾਏ ਬੁਲਾਰ। ਫਿਰ 10ਵੇਂ ਪਾਤਸ਼ਾਹ ਜੀ ਦੇ ਕਿੰਨੇ ਮਿੱਤਰ ਹਨ। ਕਿਸੇ ਮਨੁੱਖ ਨੂੰ ਖਤਮ ਨਹੀਂ ਕਰਨਾ। ਤੁਰਕ ਦਾ ਮਤਲਬ ਹੈ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਹਨ ਉਹਨਾਂ ਨੂੰ ਮੇਰਾ ਖਾਲਸਾ ਖਤਮ ਕਰੇਗਾ। ਲੁੱਟੇਗਾ ਪਰ ਜਦ ਕੇ ਨਿਆਉ ਜਾਏਗਾ ਆਉਣ। ਇੰਨਾ ਸਮਾਂ ਆਵੇਗਾ ਐਸਾ ਮਾਤਾ ਜੀ ਕਿ ਪ੍ਰਜਾ ਦੁਖੀ ਹੋਵੇਗੀ, ਪਿੰਡ ਲੁੱਟੇ ਜਾਣਗੇ। ਸਿੱਖ ਨੇ ਹੋਏ ਬੇਵਿਚਾਰਨੀ ਪੁਰਖ ਤੁਰਕ ਕੀ ਆਸ। ਆਹ ਕਲਯੁਗ ਦਾ ਸਮਾਂ ਦੱਸਿਆ। ਕਹਿੰਦੇ ਜਿਹੜੀਆਂ ਇਸਤਰੀਆਂ ਹੈ ਉਹ ਬੇਵਿਚਾਰਨੀਆਂ ਹੋ ਜਾਣਗੀਆਂ ਔਰ ਜਿਹੜੇ ਮਨੁੱਖ ਹਨ ਉਹ ਤੁਰਕਾਂ ਦੀ ਆਸ ਰੱਖਣਗੇ। ਜਦੋਂ ਐਸਾ ਭਿਆਨਕ ਕਲਯੁਗ ਆਵੇਗਾ, ਜਦੋਂ ਸਾਰੇ ਪਾਸਿਓਂ ਲੋਕਾਂ ਦੇ ਹੱਥ ਖੜੇ ਹੋ ਗਏ ਵੀ ਹੁਣ ਨਹੀਂ ਬਚਦੇ, ਬਚਾਓ ਸਾਨੂੰ, ਉਦੋਂ ਪਰਮੇਸ਼ਰ ਕੋਈ ਐਸੀ ਘਟਨਾ ਘਟਾਵੇਗਾ। ਸੁਣ ਕੇ ਮਾਤਾ ਤੂਸ਼ਨੀ ਨੇ ਬੋਲੀ ਸੁਤਹੀਰਾ। ਇਹ ਗੱਲ ਸੁਣ ਕੇ ਮਾਤਾ ਜੀ ਚੁੱਪ ਕਰ ਗਏ। ਅੰਤਰਜਾਮੀ ਜਾਣ ਕੇ ਸ਼੍ਰੀ ਮੁਕਤੀ ਕੈ ਫੀਰ। ਆਪਣੇ ਪੁੱਤਰ ਨੂੰ ਅੰਤਰਜਾਮੀ ਜਾਣ ਕੇ ਆਉਣ ਵਾਲੇ ਸਮੇਂ ਦੇ ਬਾਰੇ ਸਭ ਜਾਣਦਾ ਹੈ ਗੁਰੂ ਗੋਬਿੰਦ ਸਿੰਘ, ਉਹਨੂੰ ਕੌਣ ਸਮਝਾਵੇ। ਮਾਤਾ ਜੀ ਚੁੱਪ ਕਰ ਗਏ। ਪਿਆਰੋ ਧਨ ਹੈ ਮਾਤ ਕੋ ਇਹ ਜਾਨੀ ਅਬ ਜਾਏ। ਔਰ ਨਾਲ ਇਹ ਵੀ ਸੋਚਦੇ ਆ ਕਿ ਮੇਰੀ ਮਾਂ ਨੂੰ ਮੋਹਰਾਂ ਨਾਲ ਬੜਾ ਪਿਆਰ ਹੈ। ਰਹਿਣ ਦੇਤ ਪਰਿਵਾਰ ਕੋ ਬਦਨ ਦੇਤ ਨ ਕਾਏ। ਔਰ ਇਹ ਜਿਹੜਾ ਹੈ ਮਾਇਆ ਦਾ ਪਿਆਰ ਇਹ ਚੰਗਾ ਨਹੀਂ ਹੈ, ਇਹ ਪਰਿਵਾਰ ਨੂੰ ਬਦਲ ਨਹੀਂ ਦੇਵੇਗਾ। ਦੋਹਰਾ ਇਮਕੇਰਾ ਵੱਡ ਪਰ ਰਹੋ ਲਰੇ ਖਾਲਸਾ ਜਾਏ। ਖੈਰ ਮਨੋਬਿਰਤੀਆਂ ਇੱਥੇ ਰੱਖੀਏ, ਆਪਾਂ ਵਿਚਾਰਾਂ ਇੱਥੇ ਰੋਕਦੇ ਹਾਂ। ਹੁਣ ਘੇਰਾ ਪਿਆ ਹੋਇਆ ਜੰਗ ਦੇ ਮੈਦਾਨ ਦੇ ਵਿੱਚ ਔਰ ਗੁਰੂ ਪਿਆਰਿਓ ਘੇਰਾ ਵੱਧਦਾ ਜਾ ਰਿਹਾ ਹੈ। ਇੱਕ ਦਿਨ ਤਿਆਰੀ ਪ੍ਰਭ ਕਰੇ ਬੜਨ ਜੀਤ ਬਜਾਏ। ਇੱਕ ਦਿਨ ਮੇਰੇ ਪ੍ਰੀਤਮ ਨੇ ਕਿਲੇ ਚੋਂ ਬਾਹਰ ਨਿਕਲਣ ਦੀ ਫਿਰ ਸਲਾਹ ਕੀਤੀ ਹੈ ਇਹਨਾਂ ਦੁਸ਼ਟਾਂ ਨੂੰ ਲੋਹੇ ਦੇ ਚਲੇ ਚਬਾਉਣ ਲਈ। ਚੌਪਈ ਉਤਤੇ ਸਕਲ ਗਿਰੇ ਸਰ ਚੜੈ ਮਾਰੂ ਬਜੇ ਜਥਾ ਪਟ ਲੜੇ। ਉਧਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰੀ ਕੀਤੀ ਆ ਆਨੰਦਪੁਰ ਦੇ ਕਿਲੇ ਚੋਂ ਬਾਹਰ ਆਉਣ ਦੀ, ਉਧਰੋਂ ਪਹਾੜੀਆਂ ਨੇ ਨੇੜੇ ਆਉਣ ਦੀ ਸਲਾਹ ਕੀਤੀ ਆ। ਇਹ ਅਗਲਾ ਜੰਗ ਕਿਵੇਂ ਹੁੰਦਾ ਇਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व जन गुणतास। हे संगी हे निरंकार हे निर्गुण सब टेक। हे
हे गोबिंद हे गुण निधान जाके सदा विवेक हे अपरंपर हर हरे ऐसे हो बनार हे संत कै सदा संग दारा आधार हे ठाकुर हों दासरो निर्गुण गुण नहीं कोई नानक दीजै नाम दान राखोइए परोए आए प्रभ शरणागति कृपा नित दयाल एक अखर हर मन बसत नानक होत निहाल ਏਕ ਓੰਕਾਰਾ ਸਤਿਗੁਰੂ प्रसाद सच होए ਵਾਹਿਗੁਰੂ ਜੀ ਕੀ ਫਤਿਹ ਹੈ विघ्न विनाशन सोए ਵਾਹਿਗੁਰੂ ਜੀ ਕੀ ਫਤਿਹ विघ्न ਹੈ विनाशन सोए ਵਾਹਿਗੁਰੂ ਜੀ ਕਾ ਖਾਲਸਾ